ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡ ਭਾਗੀ ਹਰ ਨਾਮ ਧਿਆਇਆ। ਗੁਰਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਓ। ਹਰ ਹਰ ਨਾਮ ਮੈਂ ਹਰ ਮਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਮਾਝ ਰਾਗ ਦੀ ਪ੍ਰਾਰੰਭਤਾ ਅੰਦਰ ਸਤਿਗੁਰੂ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦੁੱਖ ਭੰਜਨੀ ਸਾਹਿਬ ਵਾਲੇ ਪਾਵਨ ਜੋ ਬੇਰ ਦਾ ਅਸਥਾਨ ਹੈ, ਹਜੂਰ ਨੇ ਦੀਵਾਨ ਸਜਾਇਆ। ਕੋਈ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਪਰਮੇਸ਼ਰ ਦੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ। ਮਨ ਦੇ ਵਿੱਚ ਹਰ ਸਮੇਂ ਤੜਫਣਾ ਬਣੀ ਰਹਿੰਦੀ ਹੈ ਪਰਮੇਸ਼ਰ ਦੇ ਦੀਦਾਰ ਕਰਨੇ ਦੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਝ ਰਾਗ ਅੰਦਰ ਇਹ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ। 7 ਸ਼ਬਦ ਆਉਣਗੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਇਹਨਾਂ ਸ਼ਬਦਾਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਆ। ਕਿਉਂਕਿ ਜਿਸ ਜਗਿਆਸੂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਲ ਮਿਲਣ ਦੀ ਆਸਾ ਜਾਗੀ ਹੈ, ਜਿਸ ਨੂੰ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਹੈ, ਹਿਰਦੇ ਅੰਦਰ ਅਹਿਸਾਸ ਹੈ, ਉਹ ਇੱਕ ਚਿੱਤ ਹੋ ਕੇ ਬਾਰ-ਬਾਰ ਪਰਮੇਸ਼ਰ ਨੂੰ ਯਾਦ ਕਰਦਾ ਹੈ। ਹਰ ਸਮੇਂ ਯਤਨਸ਼ੀਲ ਰਹਿੰਦਾ ਹੈ ਕਿ ਮੈਨੂੰ ਕੋਈ ਐਸਾ ਪਰਮੇਸ਼ਰ ਦਾ ਪਿਆਰਾ ਮਿਲ ਜਾਵੇ ਜੋ ਆਪ ਪਰਮਾਤਮਾ ਦੇ ਨਾਲ ਮਿਲਿਆ ਔਰ ਮੈਨੂੰ ਵੀ ਮੇਲ ਦੇਵੇ। ਜਿਵੇਂ ਬੈਰਾੜੀ ਰਾਗ ਵਿੱਚ ਹਜੂਰ ਦਾ ਫਰਮਾਨ ਆਉਂਦਾ ਹੈ, ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹਾਉ ਬਕਾਉ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ।
ਕੋਈ ਪਰਮੇਸ਼ਰ ਦਾ ਪਿਆਰਾ ਸਾਨੂੰ ਮਿਲ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮਾਝ ਰਾਗ ਦੀ ਪ੍ਰਾਰੰਭਤਾ ਕਰ ਰਹੇ ਹੈ। ਸਾਧ ਸੰਗਤ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰਤੱਖ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਰਸਨਾ ਤੋਂ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ। ਮਾਝ ਰਾਗ ਹੈ। ਚੌਪ ਦੇ ਭਾਵ ਚਾਰ ਚਾਰ ਪੌੜੀਆਂ ਵਾਲੇ ਇਹ ਸ਼ਬਦ ਹਨ। ਪਹਿਲੇ ਘਰ ਸੁਰ ਤਾਲ ਅੰਦਰ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਦੂਸਰੇ ਥਾਂ ਤੇ ਮਾਝ ਰਾਗ ਦੇ ਸਾਧ ਸੰਗਤ ਜੀ ਦਰਜ ਕੀਤਾ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ। ਔਰ ਇਸ ਰਾਗ ਦਾ ਗਾਉਣ ਦਾ ਜੋ ਸਮਾਂ ਹੈ, ਦਿਨ ਦੇ ਚੌਥੇ ਪਹਿਰ ਦੇ ਸਮੇਂ ਇਸ ਰਾਗ ਨੂੰ ਰਾਗੀ ਸਿੰਘ ਗਾਇਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਘਰ ਸੁਰ ਤਾਲ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ। ਹਜੂਰ ਨੇ ਰਾਗ ਦੀ ਪ੍ਰਾਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਮਹਾਮੰਤਰ ਉਚਾਰਨ ਕੀਤਾ ਹੈ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ ਜੋ ਪਰਮਾਤਮਾ ਜਾਤੀ ਵਿਜਾਤੀ ਸਵੈਗਤ ਭਰਮਾਂ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਫਿਰ ਸਾਰੀ ਲੋਕਾਈ ਦੇ ਅੰਦਰ ਪਰਮੇਸ਼ਰ ਪ੍ਰਕਾਸ਼ ਰੂਪ ਹੋ ਕਰਕੇ ਵਰਤ ਰਿਹਾ ਹੈ। ਨੇਤਰ ਵੀ ਆਪਣੇ ਬਲ ਦੇ ਨਾਲ ਨਹੀਂ ਜਗਤ ਨੂੰ ਤੱਕ ਸਕਦੇ। ਸੂਰਜ ਵੀ ਆਪਣੇ ਬਲ ਦੇ ਨਾਲ ਨਹੀਂ ਪ੍ਰਕਾਸ਼ ਕਰ ਸਕਦਾ। ਚੰਦਰਮਾ ਤਾਰੇ ਵੀ ਆਪਣੇ ਬਲ ਦੇ ਨਾਲ ਨਹੀਂ ਪ੍ਰਕਾਸ਼ ਕਰ ਰਹੇ। ਪਰਮੇਸ਼ਰ ਤੋਂ ਇਹਨਾਂ ਨੂੰ ਬਲ ਪ੍ਰਾਪਤ ਹੋਇਆ। ਪਰਮਾਤਮਾ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਖਦੇ ਹੈ, ਪਰਮਾਤਮਾ ਸੂਰਜਾਂ ਨੂੰ ਵੀ ਪਰਮੇਸ਼ਰ ਪ੍ਰਕਾਸ਼ ਦੇਣ ਵਾਲੇ ਤੈਨੂੰ ਨਮਸਕਾਰ ਹੈ। ਚੰਦਰਮਾ ਨੂੰ ਵੀ ਪਰਮੇਸ਼ਰ ਆਪ ਦੀ ਸ਼ਕਤੀ ਦੇਣ ਦੇ ਪ੍ਰਕਾਸ਼ ਕਰਦਾ, ਤੁਹਾਨੂੰ ਨਮਸਕਾਰ ਹੈ। ਸਭ ਜਿਤਨੇ ਵੀ ਸੰਸਾਰ ਦੇ ਅੰਦਰ ਪ੍ਰਕਾਸ਼ ਵਾਲੀਆਂ ਸ਼ਕਤੀਆਂ ਹਨ, ਸਭ ਨੂੰ ਪਰਮਾਤਮਾ ਹੀ ਸ਼ਕਤੀ ਬਖਸ਼ਿਸ਼ ਕਰ ਰਿਹਾ ਹੈ। ਐਸਾ ਓੰਕਾਰ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਓੰਕਾਰ ਦੀ ਸ਼ਕਤੀ ਕਰਕੇ ਬ੍ਰਹਮਾ ਆਦਿਕ ਸ਼ਕਤੀਆਂ ਦੀ ਉਤਪਤੀ ਹੋਈ ਹੈ। ਜਗਤ ਅੰਦਰ ਵੇਦਾਂ ਦਾ, ਫਿਰ ਵੇਦਾਂ ਦੇ ਪਾਠੀਆਂ ਦਾ, ਔਰ ਵੱਡੇ ਵੱਡੇ ਪਹਾੜ, ਇਉਂ ਕਹਿ ਲਈਏ ਕਿ ਸਾਰੀ ਲੋਕਾਈ ਦੀ ਜਿਹੜੀ ਉਤਪਤੀ ਹੈ ਓੰਕਾਰ ਦੀ ਸ਼ਕਤੀ ਕਰਕੇ ਹੈ। ਇਸ ਲਈ ਮਹਾਰਾਜ ਕਹਿੰਦੇ ਇੱਕ ਓੰਕਾਰ ਐਸਾ ਅਦੁੱਤੀ ਪਰਮਾਤਮਾ ਦਾ ਸਰੂਪ ਹੈ ਜੋ ਸਭ ਦਾ ਪ੍ਰਕਾਸ਼ਕ ਹੈ। ਸਤਿਨਾਮ। ਸਤ ਸਦੀਵੀ ਕਾਲ ਵਾਸਤੇ ਸੱਚਾ ਨਾਮ ਪਰਮਾਤਮਾ ਦਾ ਪ੍ਰਸਿੱਧ ਹੈ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਦੀਵੀ ਕਾਲ ਲਈ ਸੱਚਾ ਹੈ। ਕਰਤਾ ਪੁਰਖ। ਫਿਰ ਸਾਰੀ ਸ੍ਰਿਸ਼ਟੀ ਦਾ ਕਰਤਾ ਆਪ ਹੈ। ਪੁਰਖ ਤਾਂ ਹੈ ਕਿ ਸਭ ਜਗਤ ਰੂਪ ਬਾਲਕ ਨੂੰ ਪਰਮੇਸ਼ਰ ਨੇ ਪੈਦਾ ਕੀਤਾ। ਬਾਕੀ ਸਾਰੀ ਲੋਕਾਈ ਜੀਵ ਰੂਪ ਇਸਤਰੀਆਂ ਦੀ ਤਰ੍ਹਾਂ ਹਨ। ਏਕਾ ਪੁਰਖ ਸਬਾਈ ਨਾਰ। ਸਭ ਸੰਸਾਰ ਦੇ ਜੀਵ ਰੂਪ ਸਖੀਆਂ ਨੇ ਪਰਮੇਸ਼ਰ ਇੱਕ ਪੁਰਖ ਸਰੂਪ ਹੈ ਜਿਸ ਨੇ ਸਾਰੀ ਲੋਕਾਈ ਨੂੰ ਪੈਦਾ ਕੀਤਾ। ਸਭ ਜਗਤ ਰੂਪ ਬਾਲਕ ਦੀ ਉਤਪਤੀ ਪਰਮੇਸ਼ਰ ਨੇ ਕੀਤੀ ਹੈ। ਨਿਰਭਉ ਨਿਰਵੈਰ। ਕਿਸੇ ਪ੍ਰਕਾਰ ਦਾ ਭੈ ਨਹੀਂ ਪਰਮਾਤਮਾ ਨੂੰ, ਔਰ ਕਿਸੇ ਦੇ ਨਾਲ ਪਰਮੇਸ਼ਰ ਵੈਰ ਵੀ ਨਹੀਂ ਕਦੇ ਕਰਦਾ। ਜਗਤ ਅੰਦਰ ਜੀਵਾਂ ਦੇ ਮਨਾਂ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਹੀ ਰਹਿੰਦਾ, ਪਰ ਪਰਮਾਤਮਾ ਨਿਰਭਉ ਸਰੂਪ ਹੈ।
ਕਿਸੇ ਨਾ ਕਿਸੇ ਕਰਕੇ ਕੋਈ ਪੁਰਾਣੀ ਦੁਸ਼ਮਣੀ, ਕੋਈ ਵੈਰ ਕਰਦਾ ਹੈ, ਕਿਸੇ ਕਾਰਨ ਕਰਕੇ ਕਿਸੇ ਨਾਲ ਕਦੇ ਵੈਰ ਕਰਦਾ, ਪਰ ਪਰਮਾਤਮਾ ਨਿਰਵੈਰ ਸਰੂਪ ਹੈ, ਸਭ ਜੀਵਾਂ ਦਾ ਸਾਂਝਾ ਪਰਮੇਸ਼ਰ ਹੈ। ਜੇ ਵੈਰ ਕਰਨਾ ਹੋਵੇ ਤੇ ਫਿਰ ਜੀਵਾਂ ਰੂਪ ਹੋ ਕਰਕੇ ਵਰਤੇ ਕਿਉਂ? ਆਪ ਹੀ ਜੋ ਦੀਸੈ ਸੋ ਤੇਰਾ ਰੂਪ, ਸਭ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ, ਤੇ ਵੈਰ ਕਿਹਦੇ ਨਾਲ ਪਰਮਾਤਮਾ ਕਰ ਸਕਦਾ? ਇਹ ਅਗਿਆਤ ਤੁਸ਼ ਬੁੱਧੀ ਹੋਣੇ ਕਰਕੇ ਪਰਮਾਤਮਾ ਨੂੰ ਅਸੀਂ ਤਾਨੇ ਮਾਰਨ ਲੱਗ ਪੈਂਦੇ, ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀਗਾ? ਕਈ ਵਾਰ ਕੋਈ ਕਾਰਜ ਵਿੱਚ ਵਿਘਨ ਪੈ ਜਾਵੇ ਤਾਂ। ਪਰ ਪਰਮੇਸ਼ਰ ਜਿੱਥੇ ਭਾਵ ਤੋਂ ਰਹਿਤ ਸਰੂਪ ਹੈ, ਉੱਥੇ ਵੈਰ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਅਕਾਲ ਮੂਰਤ, ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ। ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲ ਪਰਮਾਤਮਾ ਦਾ ਸਰੂਪ ਹੈ। ਐਸੀ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਜੋ ਕੁਝ ਵੀ ਜਗਤ ਦੇ ਅੰਦਰ ਨਜ਼ਰ ਆ ਰਿਹਾ ਹੈ, ਸਭ ਕਾਲ ਦੀ ਲਪੇਟ ਵਿੱਚ ਆ ਜਾਣ ਵਾਲਾ ਹੈ। ਜਿਵੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਜਲ ਕਹਾ ਥਲ ਕਹਾ ਗਾਉਨ ਕੇ ਗਗਨ ਕਹਾ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਕਾਲ ਦੀ ਪੈਦਾ ਕੀਤੀ ਹੋ ਲੋਕਾਈ, ਕਾਲ ਹੀ ਚੱਬ ਜਾਣ ਵਾਲਾ, ਜੀਵਾਂ ਨੂੰ ਖਾ ਜਾਣ ਵਾਲਾ ਸਮਾਂ ਆਉਣ ਤੇ। ਇੱਕ ਪਰਮੇਸ਼ਰ ਹੀ ਹੈ ਨਾ ਜੋ ਅਕਾਲ ਸਰੂਪ ਹੈ, ਜੋ ਕਾਲ ਦਾ ਵੀ ਕਾਲ ਕਰਨ ਵਾਲਾ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬਨਵਾਜ ਹਜੂਰ ਕਹਿੰਦੇ ਨੇ, ਅਕਾਲ ਮੂਰਤ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਦੈਵੀ ਸ਼ਕਤੀਆਂ ਵੀ ਕਾਲ ਦੀ ਲਪੇਟ ਵਿੱਚ ਹਨ, ਇਹਨਾਂ ਦੀ ਵੀ ਉਮਰਾਂ ਪਰਮਾਤਮਾ ਨੇ ਲਿਖੀ ਹੋਈ ਹੈ। ਪਰ ਪਰਮੇਸ਼ਰ ਕੋਈ ਹੱਦ ਸੀਮਾ ਕੋਈ ਨਹੀਂ ਹੈ ਕਿ ਪਰਮਾਤਮਾ ਦੀ ਇੰਨੀ ਉਮਰ ਹੈ, ਜਾਂ ਕਾਲ ਦੀ ਲਪੇਟ ਵਿੱਚ ਆ ਜਾਵੇਗਾ, ਜਾਂ ਫਿਰ ਜੂਨਾਂ ਦੇ ਵਿੱਚ ਆ ਜਾਵੇਗਾ। ਨਹੀਂ, ਅਜੂਨੀ ਸਰੂਪ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਪਰਮਾਤਮਾ, ਫਿਰ ਕਾਲ ਤੋਂ ਰਹਿਤ ਪਰਮੇਸ਼ਰ ਦੀ ਹਸਤੀ ਹੈ। ਜੂਨੀ ਸੈ ਭੰ, ਜੀਵ ਵਾਸ਼ਨਾ ਦੇ ਬੱਝੇ ਹੋਏ ਬਾਰ-ਬਾਰ ਜੂਨਾਂ ਵਿੱਚ ਆ ਜਾਂਦੇ ਹੈ। ਕੋਈ ਕਿਸੇ ਜੂਨ ਨੂੰ ਪ੍ਰਾਪਤ ਹੋ ਜਾਂਦਾ, ਕੋਈ ਕਿਸੇ ਜੂਨ ਨੂੰ, ਪਰ ਪਰਮਾਤਮਾ ਜੂਨਾਂ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਰੂਪ ਹੈ। ਕੋਈ ਪੈਦਾ ਕਰਨ ਵਾਲਾ ਵੀ ਪਰਮੇਸ਼ਰ ਨੂੰ ਨਹੀਂ ਹੈ, ਨਾ ਕਿਸੇ ਦਾ ਥਾਪਿਆ ਹੋਇਆ, ਨਾ ਕਿਸੇ ਦਾ ਪੈਦਾ ਕੀਤਾ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪਣੇ ਸਰੂਪ ਤੋਂ ਆਪ ਹੀ ਸੁਤੇ ਪ੍ਰਕਾਸ਼ ਰੂਪ ਹੈ। ਐਸਾ ਪਰਮਾਤਮਾ ਦਾ ਸਰੂਪ ਹੈ ਜਿਸ ਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ। ਗੁਰ ਪ੍ਰਸਾਦ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਫਿਰ ਸਿੱਖ ਜਦੋਂ ਪੁੱਛਦੇ ਨੇ, ਮਹਾਰਾਜ ਐਸੀ ਮਹਾਨ ਸ਼ਕਤੀ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਸਤਿਗੁਰੂ ਜੀ ਉਚਾਰਨ ਕਰਦੇ ਨੇ, ਗੁਰ ਪ੍ਰਸਾਦ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਹਰ ਹਰ ਨਾਮ ਮੈਂ ਹਰ ਮਨ ਪਾਇਆ। ਗੁਰ ਪ੍ਰਸਾਦ ਤੱਕ ਮਹਾਮੰਤਰ ਉਚਾਰਨ ਕਰਕੇ ਹੁਣ ਸ਼ਬਦ ਦੀ ਪ੍ਰਾਰੰਭਤਾ ਕਰਦੇ ਹੈ। ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਹਰ ਜੀਵਾਂ ਦੇ ਅੰਦਰ ਵਰਤਣ ਵਾਲਾ ਪਰਮਾਤਮਾ, ਪਾਪ ਕਰਮਾਂ ਦਾ ਹਾਰਕ, ਜੀਵਾਂ ਦੇ ਹਿਰਦਿਆਂ ਨੂੰ ਹਰੇ ਭਰੇ ਕਰਨ ਵਾਲਾ ਜੋ ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਅਸੀਂ ਪਾਇਆ ਹੈ। ਵੱਡ ਭਾਗੀ ਹਰ ਨਾਮ ਤੇ ਆਇਆ। ਜਿਨ੍ਹਾਂ ਜੀਵਾਂ ਦੇ ਵੱਡੇ ਭਾਗ ਹਨ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹੈ। ਵੱਡਿਆਂ ਭਾਗਾਂ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਪ੍ਰਾਪਤ ਹੁੰਦਾ ਹੈ। ਕਿਉਂਕਿ ਨਹੀਂ ਤਾਂ ਜੋ ਧਿਆਨ ਦੀ ਸਾਧ ਸੰਗਤ ਜੀ, ਇਹ ਸ਼ਕਤੀ ਹੈ ਨਾ, ਇਹ ਸੰਸਾਰ ਦੇ ਅੰਦਰ ਹੀ ਹਰ ਸਮੇਂ ਜੁੜੀ ਰਹਿੰਦੀ ਹੈ। ਮਨੁੱਖ ਕਦੇ ਧਨ, ਕਦੇ ਪਦਾਰਥਾਂ, ਕਦੇ ਪਰਿਵਾਰ ਦੇ ਵਿੱਚ ਧਿਆਨ ਲਾ ਕਰਕੇ ਬੈਠਾ ਰਹਿੰਦਾ। ਸਰੀਰ ਕਰਕੇ ਭਾਵੇਂ ਇੱਥੇ ਬੈਠਾ ਹੋਵੇ, ਪਰ ਧਿਆਨ ਸ਼ਕਤੀ ਕਰਕੇ ਬਹੁਤ ਦੂਰ ਪਹੁੰਚਾ ਹੁੰਦਾ ਹੈ। ਜੇ ਵੱਡੇ ਭਾਗ ਹੋਣ ਤੇ ਮਹਾਰਾਜ ਕਹਿੰਦੇ ਫਿਰ ਨਾਮ ਨੂੰ ਧਿਆਉਂਦਾ। ਵੱਡ ਭਾਗੀ ਹਰ ਨਾਮ ਧਿਆਇਆ। ਜਿਨ੍ਹਾਂ ਦੇ ਸ਼੍ਰੋਮਣੀ ਭਾਗ ਹੈ,
ਪਰਮਾਤਮਾ ਨੇ ਧੁਰੋਂ ਜਿਨ੍ਹਾਂ ਦੇ ਪੂਰਬਲੇ ਚੰਗੇ ਕਰਮ ਲਿਖ ਕਰਕੇ ਪਾਏ ਆ, ਉਹ ਗੁਰਮੁਖ ਪਿਆਰੇ ਆ, ਵੱਡਿਆਂ ਭਾਗਾਂ ਵਾਲਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਗੁਰ ਪੂਰੈ ਹਰ ਨਾਮ ਸਿੱਧ ਪਾਈ। ਪੂਰੇ ਸਤਿਗੁਰੂ ਜੀ ਦੁਆਰਾ ਹੀ ਨਾਮ ਸਿੱਧੀ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਸਿੱਧ ਨਾਮ ਹੈ ਪ੍ਰਾਪਤੀ ਦਾ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਤਿਨਾਂ ਗੁਰਮੁਖਾਂ ਨੇ ਨਾਮ ਸਿੱਧੀ ਨੂੰ, ਅਮੋਲਕ ਸ਼ਕਤੀ ਨੂੰ ਪ੍ਰਾਪਤ ਕੀਤਾ ਹੈ। ਜਿਵੇਂ ਇੱਕ ਵਾਕ ਸਿੱਧੀ ਹੁੰਦੀ ਹੈ ਨਾ, ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਵਾਕ ਸਿੱਧੀ ਹੁੰਦੀ, ਜੋ ਵੀ ਮੁਖ ਤੋਂ ਵਚਨ ਕੀਤਾ ਜਾਵੇ ਪੂਰਾ ਹੋ ਜਾਂਦਾ ਹੈ। ਇਹ ਪਰਮੇਸ਼ਰ ਦੀ ਸ਼ਕਤੀ ਐਸੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਗੁਰਮੁਖ ਪਿਆਰੇ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਸਿਮਰਨ ਕਰਦੇ ਰਹਿੰਦੇ ਹੈ, ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹੈ। ਐਸੇ ਗੁਰਮੁਖ ਪਿਆਰੇ ਹਨ। ਗੁਰਪੂਰੈ ਹਰ ਨਾਮ ਸਿੱਧ ਪਾਈ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੁਆਰਾ ਤਿਨਾਂ ਨੇ ਸਿੱਧ ਵਾਹਿਗੁਰੂ ਦੀ ਗਤੀ ਨੂੰ, ਪਰਮਾਤਮਾ ਦੇ ਸਰੂਪ ਨੂੰ ਪਾ ਲੈਣਾ ਕੀਤਾ। ਸਿੱਧ ਨਾਮ ਸ਼ਕਤੀ ਦਾ ਹੈ ਤੇ ਪਰਮਾਤਮਾ ਦੀ ਸ਼੍ਰੋਮਣੀ ਸਭ ਤੋਂ ਸ਼ਕਤੀ ਹੈ। ਗੁਰਮੁਖਾਂ ਨੇ ਪੂਰੇ ਸਤਿਗੁਰੂ ਦੁਆਰਾ ਪਾਈ ਹੈ। ਕੋ ਵਿਰਲਾ ਗੁਰਮਤਿ ਚੱਲੈ ਜੀਓ। ਪਰ ਇਹ ਦਾਤ ਗੁਰਮਤਿ ਦੇ ਵਿੱਚ ਚੱਲਣੇ ਕਰਕੇ ਪ੍ਰਾਪਤ ਹੁੰਦੀ ਹੈ। ਜੇ ਜੀਵਨ ਦੇ ਵਿੱਚ ਗੁਰਮਤਿ ਨੂੰ ਧਾਰਨ ਕਰੇ, ਮਨ ਮੱਤਾਂ ਨੂੰ ਤਿਆਗ ਕੇ ਗੁਰਮਤਿ ਦਾ ਧਾਰਨੀ ਬਣੇ, ਤਾਂ ਅਮੋਲਕ ਦਾਤ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਕੋ ਵਿਰਲਾ ਗੁਰਮਤਿ ਚੱਲੈ ਜੀਓ। ਕੋਈ ਵਿਰਲਾ ਹੀ ਵਡਭਾਗਾ ਪੁਰਖ ਹੁੰਦਾ ਜੋ ਜੀਵਨ ਦੇ ਵਿੱਚ ਗੁਰਮਤਿ ਨੂੰ ਧਾਰਨ ਕਰਦਾ, ਗੁਰਮਤਿ ਅਨੁਸਾਰ ਜੀਵਨ ਨਿਰਵਾਹ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਇੱਕ ਜੀਵ ਐਸੀ ਅਮੋਲਕ ਦਾਤ ਨੂੰ ਨਹੀਂ ਪ੍ਰਾਪਤ ਕਰ ਸਕਦਾ। ਮੈਂ ਹਰ ਹਰ ਖਰਚ ਲਿਆ ਬਨ ਪੱਲੇ। ਹਜੂਰ ਫਰਮਾਉਂਦੇ ਹਨ, ਜਿਵੇਂ ਸੰਸਾਰ ਦੇ ਜੀਵ ਜੇ ਕਿਤੇ ਦੂਰ ਦੇਸ਼ ਜਾਣਾ ਹੋਵੇ ਤੇ ਆਪਣੇ ਨਾਲ ਖਰਚਾ ਬੰਨ੍ਹ ਲੈਂਦੇ ਪੱਲੇ ਕਿ ਰਸਤੇ ਵਿੱਚ ਲੋੜ ਪਵੇਗੀ। ਕਿਉਂਕਿ ਜਿਸ ਮਨੁੱਖ ਦੇ ਕੋਲ ਖਰਚਾ ਹੀ ਨਾ ਹੋਵੇਗਾ, ਪ੍ਰਤੱਖ ਵੀ ਪੈਸੇ ਤੋਂ ਬਿਨਾਂ ਸਾਧ ਸੰਗਤ ਜੀ ਘਰੋਂ ਕਦਮ ਵੀ ਬਾਹਰ ਨਹੀਂ ਪੁੱਟਿਆ ਜਾਂਦਾ। ਪੈਸੇ ਮਾਇਆ ਵੀ ਨਾ ਹੋਵੇ ਤਾਂ ਇੱਕ ਦੁਨਿਆਵੀ ਮਾਇਆ ਹੈ। ਦੁਨਿਆਵੀ ਸੰਸਾਰ ਦਾ ਇੱਕ ਰਸਤਾ ਤੈਅ ਕਰਨ ਦੇ ਵਾਸਤੇ ਪ੍ਰਤੱਖ ਪੈਸੇ ਦੀ ਲੋੜ ਪੈਂਦੀ ਹੈ। ਪ੍ਰਤੱਖ ਧਨ ਦੇ ਨਾਲ ਸਾਧ ਸੰਗਤ ਜੀ ਗੁਜ਼ਾਰਾ ਚੱਲਦਾ। ਔਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਤੱਕ ਪਹੁੰਚਣ ਦੇ ਲਈ ਪਰਲੋਕ ਰਸਤੇ ਪਰਮੇਸ਼ਰ ਦਾ ਨਾਮ ਰੂਪੀ ਧਨ ਚੱਲਦਾ। ਪਰਮਾਤਮਾ ਦੇ ਨਾਮ ਰੂਪ ਪੈਸੇ ਨੂੰ ਗੁਰਮੁਖ ਪਿਆਰੇ ਪੂੰਜੀ ਬਣਾ ਕਰਕੇ ਆਪਣੇ ਹਿਰਦੇ ਰੂਪ ਪੱਲੇ ਨਾਲ ਘੁੱਟ ਕੇ ਬੰਨ੍ਹ ਕੇ ਰੱਖਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਮੈਂ ਹਰ ਹਰ ਖਰਚ ਲਿਆ ਬੰਨ ਪੱਲੇ। ਹਰ ਜੀਵਾਂ ਵਿੱਚ ਵਰਤਣ ਵਾਲੇ ਪਰਮੇਸ਼ਰ ਦੇ ਨਾਮ ਰੂਪ ਖਰਚੇ ਨੂੰ ਅਸਾਂ ਨੇ ਪੱਲੇ ਬੰਨ੍ਹ ਲਿਆ ਹੈ। ਇਹ ਸਭ ਤੋਂ ਸ਼੍ਰੋਮਣੀ ਮਹਾਰਾਜ ਆਪ ਜੀ ਦਾ ਨਾਮ ਰੂਪੀ ਧਨ ਹੈ। ਹੋਰ ਦੁਨਿਆਵੀ ਧਨ ਪਦਾਰਥ ਇੱਥੇ ਰਹਿ ਜਾਣੇ ਹੈ। ਇਸ ਲਈ ਮਹਾਰਾਜ ਆਪ ਜੀ ਦਾ ਨਾਮ ਰੂਪੀ ਖਰਚ ਅਸਾਂ ਨੇ ਬੁੱਧੀ ਰੂਪ ਪੱਲੇ ਵਿੱਚ ਬੰਨ੍ਹ ਲਿਆ ਹੈ। ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ। ਐਸਾ ਪਰਮੇਸ਼ਰ ਹੈ ਜੋ ਮਾਤਾ ਦੇ ਗਰਭ ਦੇ ਵਿੱਚ ਸਾਡਾ ਸਖਾਈ ਸਖੀਆਂ ਦੇ ਵਾਂਗ ਨਾਲ ਨਿਭਿਆ ਹੈ। ਪ੍ਰਾਣ ਸਖਾਈ, ਪ੍ਰਾਣਾਂ ਦਾ ਵੀ ਸਖਾ ਪਰਮੇਸ਼ਰ ਹੈ। ਸਦਾ ਹੀ ਨਾਲ ਹੋ ਕਰਕੇ ਚੱਲਦਾ। ਜਿੱਥੇ ਵੀ ਕਿਤੇ ਔਕੜ ਦਾ ਸਮਾਂ ਹੋਵੇ, ਪਰਮੇਸ਼ਰ ਸਖੀਆਂ ਦੀ ਤਰ੍ਹਾਂ, ਮਿੱਤਰਾਂ ਦੀ ਤਰ੍ਹਾਂ ਆਪ ਕਿਰਪਾ ਕਰਕੇ ਰੱਖਿਆ ਕਰਦਾ। ਪਰਮੇਸ਼ਰ ਸਹਾਇਕ ਬਣਦਾ ਹੈ। ਹਜੂਰ ਕਹਿੰਦੇ ਹਨ, ਐਸਾ ਪ੍ਰਾਣਾਂ ਦਾ ਪਤੀ ਹੈ, ਪ੍ਰਾਣਾਂ ਦਾ ਸਖਾ ਪਰਮੇਸ਼ਰ ਹੈ। ਜਿੱਥੇ ਵੀ ਕੋਈ ਔਕੜ ਦਾ ਸਮਾਂ ਹੁੰਦਾ, ਸਾਡੇ ਨਾਲ ਪਰਮੇਸ਼ਰ ਨਿਭਦਾ ਹੈ। ਉਹ ਪਰਮਾਤਮਾ ਆਪ ਸਾਡੀ ਰੱਖਿਆ ਕਰਦਾ। ਲੋਕ ਪਰਲੋਕ ਦਾ ਰਖਵਾਲਾ ਪਰਮੇਸ਼ਰ ਆਪ ਹੈ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਦੋਹਾਂ ਲੋਕਾਂ ਦੇ ਵਿੱਚ ਰਖਵਾਲੀ ਕਰਨ ਵਾਲਾ ਰੱਖਿਅਕ ਪਰਮੇਸ਼ਰ ਹੈ। ਸਦਾ ਹੀ ਸਾਡੇ ਨਾਲ ਚੱਲਣ ਵਾਲਾ ਹੈ। ਗੁਰ ਪੂਰੈ ਹਰ ਨਾਮ ਦਿੜਾਇਆ। ਪੂਰੇ ਸਤਿਗੁਰੂ ਜੀ ਨੇ ਸ਼੍ਰੋਮਣੀ ਨਾਮ ਸਾਡੇ ਹਿਰਦੇ ਅੰਦਰ ਦ੍ਰਿੜ ਕਰਾ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਸਾਡੇ ਹਿਰਦੇ ਅੰਦਰ ਨਾਮ ਪਰਪੱਕ ਕਰ ਦਿੱਤਾ।
ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਾ ਦੇਣਾ ਅਮੋਲਕ ਦਾਤ ਮਹਾਰਾਜ ਦੀ ਕਿਰਪਾ ਦੁਆਰਾ ਹੀ ਮਿਲਦੀ ਹੈ। ਹਰ ਨਿਹਚਲ ਹਰ ਧਨ ਪੱਲੇ ਜੀਓ। ਤਿੰਨਾਂ ਗੁਰਮੁਖ ਪਿਆਰਿਆਂ ਨੇ ਅਚਲ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਨਾਮ ਰੂਪ ਧਨ ਨੂੰ ਇਕੱਤਰ ਕਰਕੇ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਾਇਆ, ਮਹਾਰਾਜ ਕਹਿੰਦੇ ਹਰ ਨਿਹਚਲ ਹਰ ਧਨ ਪੱਲੇ ਜੀਓ। ਜੋ ਨਾਮ ਰੂਪੀ ਧਨ ਕਦੇ ਵੀ ਚਲਾਈਮਾਨ ਨਹੀਂ ਹੁੰਦਾ, ਉਹਨਾਂ ਗੁਰਮੁਖਾਂ ਦੇ ਹਿਰਦੇ ਰੂਪ ਪੱਲੇ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਦੀ ਯਾਦ ਵਸਾ ਲਈ ਹੈ, ਪਰਮੇਸ਼ਰ ਦਾ ਨਾਮ ਰੂਪੀ ਧਨ ਉਹਨਾਂ ਦੇ ਪੱਲੇ ਵਿੱਚ ਵੱਜ ਗਿਆ। ਕਦੇ ਵੀ ਆਪਣੇ ਹਿਰਦਿਓਂ ਪਰਮਾਤਮਾ ਨੂੰ ਭੁਲਾਉਂਦੇ ਨਹੀਂ ਹੈ। ਹਰ ਇੱਕ ਸਵਾਸ ਨਾਲ ਪਰਮੇਸ਼ਰ ਦਾ ਚਿੰਤਨ ਕਰਨਾ, ਹਰ ਸਮੇਂ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਨਾ, ਐਸਾ ਗੁਰਮੁਖਾਂ ਨੇ ਜੀਵਨ ਵਿੱਚ ਧਾਰਨ ਕੀਤਾ। ਹੋਰ ਜੋ ਦੁਨਿਆਵੀ ਧਨ ਹੈ, ਜਿਸ ਪ੍ਰਥਾਏ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤੇ ਆ, ਇਹ ਸੰਸਾਰ ਦਾ ਜੋ ਮਾਇਕੀ ਕੱਚਾ ਧਨ ਹੈ ਉਹ ਸਦਾ ਵਾਸਤੇ ਨਹੀਂ ਰਹਿੰਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਪਰ ਜਿਹੜਾ ਸੱਚਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜੋ ਗੁਰਮਤਿ ਦੁਆਰਾ ਪ੍ਰਾਪਤ ਹੁੰਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਦੀਵੀ ਕਾਲ ਵਾਸਤੇ ਜੀਵ ਦੇ ਨਾਲ ਨਿਭਦਾ ਹੈ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹਦੇ ਕਰਕੇ ਸਦਾ ਲਈ ਜੀਵ ਨੂੰ ਦੁਖੀ ਹੋਣਾ ਪੈਂਦਾ ਹੈ। ਸੋਚਦਾ ਤਾਂ ਇਹ ਹੈ ਕਿ ਮੈਂ ਸੁਖੀ ਹੋ ਜਾਵਾਂਗਾ, ਪਰਮੇਸ਼ਰ ਦੇ ਨਾਮ ਧਨ ਨੂੰ ਵਿਸਾਰ ਕੇ ਦੁਨਿਆਵੀ ਧਨ ਨੂੰ ਇਕੱਠਾ ਕਰੀ ਜਾਵਾਂ ਔਰ ਪਦਾਰਥਾਂ ਦੀ ਇਕੱਤਰਤਾ ਕਰੀ ਜਾਵਾਂ, ਬੜਾ ਸੁੱਖ ਮਿਲੇਗਾ। ਪਰ ਆਤਮਿਕ ਸੁੱਖ ਫੇਰ ਵੀ ਜੀਵ ਨੂੰ ਪ੍ਰਾਪਤ ਨਹੀਂ ਹੁੰਦਾ। ਕੇਵਲ ਤੁਛ ਮਾਤਰ ਦਾ ਸੁੱਖ ਮਿਲਦਾ, ਪਰ ਫੇਰ ਦੁੱਖਾਂ ਵਿੱਚ ਘਿਰ ਜਾਂਦਾ ਮਨ ਕਰਕੇ, ਫੇਰ ਵੀ ਜੀਵ ਨੂੰ ਸਕੂਨ ਨਹੀਂ ਪ੍ਰਾਪਤ ਹੁੰਦਾ, ਹਿਰਦਾ ਫੇਰ ਵੀ ਭਟਕਦਾ ਹੀ ਰਹਿੰਦਾ। ਇਸ ਲਈ ਮਹਾਰਾਜ ਕਹਿੰਦੇ ਹਨ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤਿ ਪਾਏ, ਕਾਚਾ ਧਨ ਹੁਨ ਆਵੈ ਜਾਏ। ਐਸਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਰੂਪੀ ਸੱਚਾ ਧਨ ਹੈ, ਜਿਨ੍ਹਾਂ ਗੁਰਮੁਖਾਂ ਨੇ ਮੈਂ ਹਰ ਹਰ ਖਰਚ ਲਿਆ ਬਨ ਪੱਲੇ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਧਨ ਆਪਣੇ ਹਿਰਦੇ ਰੂਪ ਪੱਲੇ ਵਿੱਚ ਬੰਨ ਲੈਣਾ ਕੀਤਾ ਹੈ। ਹਰ ਨਿਹਚਲ ਹਰ ਧਨ ਪੱਲੇ ਜੀਓ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਾ ਲਿਆ, ਉਹਨਾਂ ਗੁਰਮੁਖ ਪਿਆਰਿਆਂ ਨੇ ਅਚਲ ਸਰੂਪ ਪਰਮੇਸ਼ਰ ਦੇ ਨਾਮ ਧਨ ਨੂੰ ਇਕੱਤਰ ਕਰ ਲਿਆ ਹੈ। ਹਰ ਨਿਸ਼ਚਲ ਹਰ ਧਨ ਪੱਲੇ ਜੀਓ। ਉਹਨਾਂ ਦੇ ਹਿਰਦੇ ਰੂਪ ਪਲੜੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਰੂਪੀ ਧਨ ਹੈ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਹਰੀ ਪਰਮਾਤਮਾ ਜੋ ਹੈ ਸਭ ਜੀਵਾਂ ਅੰਦਰ ਵਰਤਣ ਵਾਲਾ ਪਰਮਾਤਮਾ ਦਾ ਸਰੂਪ ਹੈ, ਜੋ ਸਾਡਾ ਸੱਜਣ ਹੈ, ਸਾਡਾ ਸਖਾਈ ਸਖਾ ਅਕਾਲ ਪੁਰਖ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਜਗਤ ਦੇ ਜਿਹੜੇ ਸੱਜਣ ਹਨ, ਸੰਸਾਰ ਦੀ ਜੋ ਮਿੱਤਰਤਾ ਹੈ, ਇਹ ਸਦੀਵੀ ਕਾਲ ਵਾਸਤੇ ਨਾਲ ਨਹੀਂ ਨਿਭਦੇ, ਕੇਵਲ ਸਵਾਰਥ ਵਾਸਤੇ ਨੇੜੇ ਢੋਕ ਕਰਕੇ ਬੈਠਦੇ ਹੈ। ਪਰ ਪਰਮਾਤਮਾ ਅਜਿਹਾ ਸੱਜਣ ਅਜਿਹਾ ਮਿੱਤਰ ਨਹੀਂ। ਜੇ ਭਾਵਨਾ ਦੇ ਨਾਲ ਕੋਈ ਪਰਮੇਸ਼ਰ ਦੇ ਨਾਲ ਮਿੱਤਰਤਾ ਪਾ ਲਵੇ, ਸਭ ਥਾਵਾਂ ਤੇ ਔਕੜ ਦੇ ਸਮੇਂ ਵੀ ਪਰਮੇਸ਼ਰ ਮਿੱਤਰਤਾ ਨਿਭਾਉਂਦਾ ਹੈ। ਔਕੜ ਸਮੇਂ ਵੀ ਪਰਮਾਤਮਾ ਆਪ ਕਿਰਪਾ ਕਰਕੇ ਜੀਵ ਦੀ ਰੱਖਿਆ ਕਰਦਾ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਫਰਮਾਨ ਕਰ ਰਹੇ ਨੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਕਹਿੰਦੇ ਹਨ ਕਿ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੋ ਪ੍ਰਕਾਸ਼ ਰੂਪ ਹੈ, ਪ੍ਰਾਣਾਂ ਦਾ ਪਤੀ ਐਸਾ ਪ੍ਰੀਤਮ ਪਿਆਰਾ ਹੈ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ। ਰਾਇਆ ਪ੍ਰਕਾਸ਼ ਸਰੂਪ ਹੈ, ਸਾਡਾ ਸੱਚਾ ਸੱਜਣ ਪਰਮੇਸ਼ਰ ਦਾ ਸਰੂਪ ਹੈ। ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜੀਵਾਇਆ। ਮਹਾਰਾਜ ਕਹਿੰਦੇ ਕੋਈ ਆਗ ਕਰਕੇ ਸਾਨੂੰ ਮਿਲਾ ਦੇਵੇ ਪਿਆਰੇ ਸੱਜਣ ਦੇ ਨਾਲ, ਪਿਆਰੇ ਪ੍ਰੀਤਮ ਪਰਮੇਸ਼ਰ ਦੇ ਨਾਲ ਕੋਈ ਸਾਨੂੰ ਮਿਲਾ ਦੇਵੇ। ਜੁਗਿਆਸੂ ਮੁਖ ਦੁਆਰਾ ਫਰਮਾਉਂਦੇ ਆ, ਹੇ ਪ੍ਰਮਾਤਮਾ ਕੋਈ ਆਪ ਦਾ ਪਿਆਰਾ
ਬੰਦਗੀ ਕਰਨ ਵਾਲਾ ਸਤਿਪੁਰਸ਼ ਸਾਨੂੰ ਆਪ ਜੀ ਦੇ ਸਰੂਪ ਦੇ ਨਾਲ ਕੋਈ ਮਿਲਾ ਦੇਣਾ ਕਰੇ। ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ। ਜੋ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਸਾਡੇ ਪ੍ਰਾਣ ਜੀਵਤ ਭਾਵ ਦੇ ਵਿੱਚ ਆ ਜਾਣ। ਕਿਉਂਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਜੋ ਜਗਿਆਸੂ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਆ, ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਨੇ। ਮਹਾਰਾਜ ਨੇ ਤਿੰਨਾਂ ਪ੍ਰਥਾਏ ਗੁਰਬਾਣੀ ਵਿੱਚ ਬਚਨ ਕੀਤੇ ਆ ਨਾ ਕਿ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣ ਵਾਲੇ ਜੋ ਗੁਰਮੁਖ ਹਨ, ਆਖਾਂ ਜੀਵਾਂ ਵਿਸਰੈ ਮਰ ਜਾਓ। ਪਰਮੇਸ਼ਰ ਦੀ ਯਾਦ ਵਿਸਰਨੇ ਕਰਕੇ ਮੌਤ ਹੋ ਜਾਂਦੀ ਹੈ। ਮਰਨਾ ਸਮਝਦੇ ਕਿ ਸਾਡੀ ਮੌਤ ਹੋ ਗਈ ਹੈ, ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਪਰਮੇਸ਼ਰ ਦੀ ਯਾਦ ਜੇਕਰ ਵਿਸਰ ਗਈ ਹੈ, ਮਹਾਰਾਜ ਹਜੂਰ ਕਹਿੰਦੇ ਐਸੇ ਵਾਹਿਗੁਰੂ ਦੇ ਪਿਆਰੇ ਦੇ ਨਾਲ ਮੇਲ ਹੋ ਜਾਵੇ ਜੋ ਸਾਨੂੰ ਰੱਬ ਦੇ ਨਾਲ ਮੇਲ ਦੇਵੇ, ਜਿਸ ਕਰਕੇ ਸਾਡੇ ਪ੍ਰਾਣ ਜੀਵਤ ਭਾਵ ਵਿੱਚ ਆ ਜਾਣ। ਹਾਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ। ਬਿਨਾਂ ਅਕਾਲ ਪੁਰਖ ਪਰਮੇਸ਼ਰ ਦੇ ਦੀਦਾਰ ਕੀਤਿਆਂ ਅਸੀਂ ਰਹਿ ਨਹੀਂ ਸਕਦੇ। ਜੀਵਤ ਭਾਵ ਦੇ ਵਿੱਚ ਨਹੀਂ ਸਾਡਾ ਰਹਿਣਾ ਹੁੰਦਾ। ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਨਾ ਹੋ ਜਾਣ, ਜਦੋਂ ਤੱਕ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਨਾ ਹੋ ਜਾਵੇ, ਉਦੋਂ ਤੱਕ ਸਾਡੇ ਕਹਿੰਦੇ ਕਿ ਆਤਮਿਕ ਮੌਤ ਹੋ ਬਣੀ ਰਹਿੰਦੀ ਹੈ। ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਤੋਂ ਬਿਨਾਂ ਮਨ ਦੇ ਵਿੱਚ ਸ਼ੰਕਾ ਬਣਿਆ ਰਹਿੰਦਾ। ਸਾਧ ਸੰਗਤ ਜੀ, ਧੰਨ ਹਨ ਗੁਰਮੁਖ ਪਿਆਰੇ, ਜੋ ਜੀਵਨ ਦੇ ਅੰਦਰ ਜਿਨ੍ਹਾਂ ਨੇ ਆਪਣਾ ਨੇਮ ਬਣਾਇਆ ਕਿ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਨੇ ਹੈ, ਸਤਿਗੁਰਾਂ ਦੇ ਦਰਸ਼ਨ ਕਰਨੇ, ਫਿਰ ਕੁਝ ਮੁਖ ਦੇ ਵਿੱਚ ਜਲ ਵਿੱਚ ਛਕਣ ਦੇ ਵਾਸਤੇ ਪਾਉਣਾ। ਪਹਿਲਾਂ ਦੀਦਾਰ ਕਰਦੇ ਹਨ। ਜਿਵੇਂ ਭਾਈ ਰਾਮ ਕੋਇਰ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ, ਫਿਰ ਆਪਣੇ ਮੁਖ ਦੇ ਵਿੱਚ ਕੋ ਛਕਣ ਦੇ ਵਾਸਤੇ ਪਾਵਣਾ ਹਰ ਰੋਜ਼ ਦਾ ਨੇਮ ਸੀ। ਤੇ ਜਦੋਂ ਸਤਿਗੁਰੂ ਜੀ ਇੱਧਰ ਦੱਖਣ ਦੀ ਦਿਸ਼ਾ ਵੱਲ ਆਉਣ ਲੱਗੇ, ਹਜੂਰ ਸਾਹਿਬ ਭਾਈ ਰਾਮ ਕੋਇਰ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਕਦੇ ਵੀ ਮੁਖ ਵਿੱਚ ਜਲ ਤੱਕ ਵੀ ਨਹੀਂ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਵਿਛੋੜੇ ਕਰਕੇ, ਦਰਸ਼ਨ ਨਾ ਹੋਣੇ ਕਰਕੇ ਮਹਾਰਾਜ ਕਿਵੇਂ ਸਾਡਾ ਜੀਵਨ ਰਹੇਗਾ। ਹੇ ਗਰੀਬ ਨਵਾਜ ਸਤਿਗੁਰੂ ਜੀ, ਤੁਹਾਡੇ ਦਰਸ਼ਨਾਂ ਦੀ ਮਨ ਦੇ ਵਿੱਚ ਬੜੀ ਪਿਆਸਾ ਬਣੀ ਰਹਿੰਦੀ ਹੈ। ਹਜੂਰ ਨੇ ਬਚਨ ਕੀਤਾ ਸੀ ਕਿ ਭਾਈ ਰਾਮ ਕੋਇਰ ਜੀ, ਸਾਡਾ ਬਚਨ ਮੰਨ ਕੇ ਇੱਥੇ ਪੰਜਾਬ ਦੇ ਵਿੱਚ ਹੀ ਰਹੋ। ਜਦੋਂ ਵੀ ਸ਼ਿਕਾਰ ਖੇਡਣ ਜਾਓ, ਜਾ ਕਰਕੇ ਜੰਗਲ ਦੇ ਵਿੱਚ ਅਰਦਾਸ ਕਰਨਾ, ਸ਼ਿਕਾਰ ਖੇਡਣ ਦੇ ਬਹਾਨੇ ਅਸੀਂ ਪ੍ਰਤੱਖ ਪ੍ਰਗਟ ਹੋ ਕੇ ਦਰਸ਼ਨ ਦਿਆ ਕਰਾਂਗੇ। ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਵੀ ਗਮਨ ਕਰ ਗਏ ਸਨ, ਪਰ ਭਾਈ ਰਾਮ ਕੋਇਰ ਜੀ ਜਦੋਂ ਵੀ ਜਾ ਕੇ ਜੰਗਲ ਦੇ ਵਿੱਚ ਅਰਦਾਸ ਕਰਦੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਪਹਿਲਾਂ ਦੀ ਤਰ੍ਹਾਂ ਹਜੂਰ ਘੋੜੇ ਬਾਜ ਸਮੇਤ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕਰਕੇ ਦਰਸ਼ਨ ਦਿੰਦੇ। ਪ੍ਰਤੱਖ ਭਾਈ ਰਾਮ ਕੋਇਰ ਜੀ ਨੂੰ ਦਰਸ਼ਨ ਪ੍ਰਾਪਤ ਹੁੰਦੇ ਰਹੇ ਹੈ। ਇਉਂ ਵੈਰਾਗ ਵਿੱਚ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੀ। ਮਹਾਰਾਜ ਹਜੂਰ ਨੇ ਫਰਮਾਨ ਕੀਤਾ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਹੇ ਪਿਆਰੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਆਪ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਰਹਿ ਨਹੀਂ ਹੁੰਦਾ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੂੰ ਲਾਹੌਰ ਦੇ ਵਿੱਚ ਭੇਜਿਆ ਸੀ, ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੈਰਾਗ ਵਿੱਚ ਆ ਕਰਕੇ ਸਤਿਗੁਰੂ ਜੀ ਨੂੰ ਯਾਦ ਕਰ ਕਰਕੇ ਫਿਰ ਪੱਤਰਕਾ ਸ਼ਬਦ ਲਿਖ ਕਰਕੇ ਪੱਤਰਕਾ ਰੂਪ ਦੇ ਵੀ ਸਿੱਖ ਤੋਂ ਬਾਰ-ਬਾਰ ਭੇਜੀਆਂ ਸਨ। ਹੇ ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਗੁਰ ਦਰਬਾਰੇ ਜੀਓ। ਮਹਾਰਾਜ ਆਪ ਜੀ ਦੇ ਦੀਦਾਰ ਕੀਤੇ ਤੋਂ ਬਿਨਾਂ ਸਾਡੇ ਮਨ ਦੀ ਪਿਆਸਾ ਨਹੀਂ ਬੁਝਣ ਵਾਲੇ। ਮਹਾਰਾਜ ਸਾਡੇ ਮਨ ਨੂੰ ਜੋ ਸਕੂਨ ਨਹੀਂ ਪ੍ਰਾਪਤ ਹੁੰਦਾ, ਮਨ ਸ਼ਾਂਤ ਨਹੀਂ ਹੁੰਦਾ, ਭਟਕਦਾ ਹੀ ਰਹਿੰਦਾ ਹੈ। ਜਦੋਂ ਤੱਕ ਤੁਹਾਡੇ ਦਰਸ਼ਨ ਨਾ ਪ੍ਰਾਪਤ ਹੋ ਜਾਣ, ਦਰਸ਼ਨਾ ਰੂਪ ਸਵਾਂਤੀ ਬੂੰਦ ਤੋਂ ਬਿਨਾਂ ਮਹਾਰਾਜ ਸਾਡੇ ਜੀਵ ਰੂਪ ਪਪੀਹੇ ਦੀ ਕਦੇ ਪਿਆਸ ਬੁਝਦੀ ਨਹੀਂ ਹੈ। ਇਉਂ ਬੇਬਲ ਹੋ ਕੇ ਵੈਰਾਗ ਵਿੱਚ ਆ ਕੇ ਸਤਿਗੁਰੂ ਜੀ ਨੂੰ ਯਾਦ ਕਰਦਿਆਂ ਹੋਇਆਂ ਉਚਾਰਨ ਕੀਤਾ ਸੀ। ਇਉਂ ਹੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਪਿਆਰੇ ਪ੍ਰੀਤਮ ਪਰਮੇਸ਼ਰ ਜੀ, ਆਪ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ
ਜੀਵਤ ਭਾਵ ਵਿੱਚ ਨਹੀਂ ਰਹਿ ਹੁੰਦਾ। ਮੈਂ ਨੀਰ ਵਹੇ ਵਹਿ ਚੱਲੈ ਜੀਓ। हे ਮਹਾਰਾਜ, ਨੇਤਰਾਂ ਵਿੱਚ ਜਲ ਵਗਦਾ ਹੈ, ਨੇਤਰਾਂ ਵਿੱਚੋਂ ਬਾਰ-ਬਾਰ ਜਲ ਵਗਦਾ ਹੈ। ਆਪ ਜੀ ਦੇ ਦਰਸ਼ਨਾਂ ਦੀ ਮਨ ਵਿੱਚ ਤਾਂਘ ਹੋਣੇ ਕਰਕੇ ਜਦੋਂ ਤੱਕ ਤੁਹਾਡੇ ਦੀਦਾਰ ਨਾ ਪ੍ਰਾਪਤ ਹੋ ਜਾਣ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਕੰਠ ਤੋਂ ਗੁਰਬਾਣੀ ਉਚਾਰਨ ਕਰਦੇ ਤੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਾਮਾ ਨੇਤਰਾਂ ਵਿੱਚੋਂ ਜਲ ਵਗ ਵਗ ਕਰਕੇ ਨੀਰ ਦੇ ਨਾਲ ਭਿੱਜ ਜਾਂਦਾ ਸੀ। ਔਰ ਜਦੋਂ ਇਹ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਉਦੋਂ ਵੀ ਨੇਤਰ ਬੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਹੋਏ ਹੈ ਔਰ ਨੇਤਰਾਂ ਦੇ ਵਿੱਚੋਂ ਜਲ ਵਗ ਰਿਹਾ ਹੈ। ਇਉਂ ਪਿਆਰ ਵੈਰਾਗ ਵਿੱਚ ਜਾ ਕੇ ਪਰਮੇਸ਼ਰ ਨੂੰ ਯਾਦ ਕਰਦੇ ਹੋਇਆ ਹਜ਼ੂਰ ਉਚਾਰਨ ਕਰਦੇ ਹੈ। ਇੰਨਾ ਵੈਰਾਗ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆ ਜਾਂਦੇ, ਸਾਰਾ ਜਾਮਾ ਹੀ ਮਹਾਰਾਜ ਦਾ ਭਿੱਜ ਜਾਂਦਾ। ਹਜ਼ੂਰ ਕਹਿੰਦੇ ਹਨ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਹੇ ਪਿਆਰੇ ਪਰਮਾਤਮਾ, ਆਪ ਦੀ ਯਾਦ ਵਿੱਚ ਜੁੜਿਆ ਹੋਇਆ ਤੁਹਾਡੇ ਦੀਦਾਰ ਕੀਤੇ ਤੋਂ ਬਿਨਾਂ ਮਹਾਰਾਜ ਨੇਤਰਾਂ ਵਿੱਚੋਂ ਜਲ ਵਗਦਾ ਹੈ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ। ਪੂਰੇ ਸਤਿਗੁਰੂ ਜੀ ਸਾਡੇ ਮਿੱਤਰ ਹਨ। ਜਿਵੇਂ ਕੋਈ ਬੱਚਾ ਹੁੰਦਾ ਨਾ, ਬੱਚੇ ਦਾ ਸਖਾ ਹੋਵੇ ਤੇ ਉਹਨੂੰ ਸੇਧ ਦਿੰਦਾ, ਉਹਨੂੰ ਉਪਦੇਸ਼ ਦਿੰਦਾ ਹੈ। ਔਰ ਹਜ਼ੂਰ ਕਹਿੰਦੇ ਹਨ ਕਿ ਮੇਰੇ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਾਡੇ ਮਿੱਤਰ ਹਨ, ਸਾਡੇ ਸਖੇ ਹਨ, ਜਿਨ੍ਹਾਂ ਨੇ ਜੀਵਨ ਜੁਗਤੀ ਦੀ ਦਾਤ ਬਖਸ਼ੀ ਹੈ। ਜੀਵਨ ਜਿਉਣੇ ਦਾ, ਜੀਵਨ ਨਿਰਵਾਹ ਕਰਨੇ ਦਾ ਸਹੀ ਤਰੀਕਾ ਜਿਨ੍ਹਾਂ ਨੇ ਸਹੀ ਚੰਗਾ ਢੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਨ। ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ। ਇਹ ਮੇਰੀ ਮਾਈ ਮਾਤਾ, ਮੈਂ ਸਤਿਗੁਰੂ ਜੀ ਦੇ ਦੀਦਾਰ ਕੀਤੇ ਤੋਂ ਬਿਨਾਂ ਰਹਿ ਨਹੀਂ ਸਕਦੀ। हे ਮਹਾਤਮਾ ਰੂਪ ਸਖੀ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਰੂਪ ਮਾਤਾ ਪਿਤਾ ਰੂਪ ਹੋ, ਪਰਮੇਸ਼ਰ ਰੂਪ ਸਤਿਗੁਰੂ ਜੀ ਦੇ ਦੀਦਾਰ ਕੀਤੇ ਤੋਂ ਬਿਨਾਂ ਮਹਾਰਾਜ ਅਸੀਂ ਰਹਿ ਨਹੀਂ ਸਕਦੇ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਦੀ ਹਜ਼ੂਰ ਬੈਠੇ ਸਨ, ਤਿੰਨਾਂ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਆ, ਹਉ ਰਹਿ ਨਾ ਸਕਾਂ। हे ਮਾਈ ਮਾਤਾ ਰੂਪ ਬਾਬਾ ਬੁੱਢਾ ਜੀ, ਪੂਰੇ ਸਤਿਗੁਰੂ ਜੀ ਦੇ ਦੀਦਾਰ ਕੀਤੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਹਰ ਜੀਓ ਕਿਰਪਾ ਕਰੋ ਗੁਰ ਮਿਲਹੁ। हे ਪਰਮਾਤਮਾ, ਐਸੀ ਕਿਰਪਾ ਕਰੋ, ਪੂਰੇ ਸਤਿਗੁਰੂ ਜੀ ਦੇ ਨਾਲ ਸਾਨੂੰ ਮਿਲਣਾ ਕਰੋ। ਜਨ ਨਾਨਕ ਹਰ ਧਨ ਪੱਲੇ ਜੀਓ। ਮਹਾਰਾਜ, ਸਾਡੇ ਹਿਰਦੇ ਰੂਪ ਪੱਲੇ ਵਿੱਚ ਆਪਣਾ ਨਾਮ ਰੂਪੀ ਧਨ ਸਾਨੂੰ ਬਖਸ਼ੋ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਹੈ ਗੁਰਸਿੱਖੋ, ਪਰਮਾਤਮਾ ਦਾ ਨਾਮ ਰੂਪੀ ਧਨ ਆਪਣੇ ਹਿਰਦੇ ਰੂਪ ਪੱਲੇ ਵਿੱਚ ਘੁੱਟ ਕੇ ਬੰਨ੍ਹ ਲੈਣਾ ਕਰੋ। ਕਦੇ ਵੀ ਪਰਮੇਸ਼ਰ ਦੀ ਯਾਦ ਨੂੰ ਨਾਮ ਸਾਰਨਾ ਕਰੋ। ਮਾਝ ਮਹੱਲਾ ਚੌਥਾ। ਮਧਸੂਦਨ ਮੇਰੇ ਮਨ ਤਨ ਪ੍ਰਾਨਾ। ਜਿਵੇਂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਭਗਵਾਨ ਹੈ, ਪਰਮਾਤਮਾ ਹੈ, ਪ੍ਰਭੂ ਹੈ, ਰਾਮ ਹੈ, ਕਿੰਨੇ ਬੇਅੰਤ ਪਰਮਾਤਮਾ ਦੇ ਨਾਮ ਹੈ ਜਿਨ੍ਹਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਨਿਤ ਹਰ ਰੋਜ਼ 2000 ਨਾਮ ਸ਼ੇਸ਼ ਨਾਗ ਆਪਣੀ ਰਸਨਾ ਤੋਂ ਨਵਾਂ ਨਾਮ ਉਚਾਰਨ ਕਰਦਾ ਹੈ ਹਰ ਰੋਜ਼, ਕਿਉਂਕਿ ਉਹ ਦੋ ਜ਼ਬਾਨਾਂ ਨੇ, ਉਹਨਾਂ ਰਸਨਾਵਾਂ ਦੇ ਨਾਲ ਪਰਮੇਸ਼ਰ ਦਾ ਨਾਮ ਨਿਤ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲੈਂਦਾ, ਫਿਰ ਵੀ ਅੰਤ ਨਹੀਂ ਪੈਂਦਾ। ਤਮਾਮ ਨਾਵਾਂ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਮਧਸੂਦਨ ਵੀ ਪਰਮੇਸ਼ਰ ਦਾ ਨਾਮ ਹੈ। ਮਰ ਦੇ ਕੀਟਬ ਦੋ ਸਾਧ ਸੰਗਤ ਜੀ ਦੈਂਤ ਹੋਏ ਬਹੁਤ ਵੱਡੇ, ਜਿਨ੍ਹਾਂ ਨੇ ਭਗਵਾਨ ਦੇ ਨਾਲ 5000 ਵਰਾ ਯੁੱਧ ਕੀਤਾ। ਲਗਾਤਾਰ 5000 ਵਰਾ ਯੁੱਧ ਕਰਦੇ ਰਹੇ ਹੈ ਤੇ ਹਾਰ ਕਿਸੇ ਵੀ ਨਾ ਮੰਨੀ, ਐਸੇ ਬਲੀ ਸਨ। ਫਿਰ ਜਦੋਂ ਦੇਖਿਆ ਦੋਨਾਂ ਨੇ ਮੱਧ ਤੇ ਕੀਟਬ ਦੈਂਤਾਂ ਨੇ ਕਿ ਇੰਨੇ ਬਲ ਵਾਲਾ ਇਕੱਲਾ ਹੀ ਸਾਡੇ ਨਾਲ ਦੋਵਾਂ ਦੇ ਨਾਲ ਲੜੀ ਜਾ ਰਿਹਾ, ਇੰਨੇ ਲੰਬੇ ਸਮੇਂ ਤੋਂ 5000 ਵਰਾ ਬਤੀਤ ਹੋ ਗਿਆ ਪਰ ਅਜੇ ਤੱਕ ਹਾਰ ਨਹੀਂ ਮੰਨੀ, ਹੈ ਕੌਣ ਹੈ? ਫਿਰ ਜਦੋਂ ਕਹਿਣ ਲੱਗੇ ਕਿ ਤੇਰੀ ਬਹਾਦਰੀ ਤੋਂ, ਤੇਰੇ ਬਲ ਤੋਂ ਅਸੀਂ ਪ੍ਰਸੰਨ ਹੋ ਗਏ ਹਾਂ, ਤਰੁੱਠ ਗਏ ਹਾਂ, ਮੰਗ ਲੈ ਜੋ ਵਰ ਮੰਗਣਾ ਚਾਹੁੰਦਾ। ਭਗਵਾਨ ਨੂੰ ਕਹਿਣ ਲੱਗੇ ਤੇ ਕਹਿੰਦੇ, ਠੀਕ ਹੈ, ਜੇ ਵਰ ਦੇਣਾ ਤੇ ਆਪਣੇ ਸੀਸ ਮੈਨੂੰ ਦੇ ਦੇਵੋ।
ਫਿਰ ਕਹਿਣ ਲੱਗੇ ਉਹ ਵੀ ਬਚਨਾਂ ਦੇ ਬਲੀ ਸਨ, ਮਰਦੇ ਕੀੜ ਭਾਵੇਂ ਦੈਂਤੀ ਸਨ, ਐਨੇ ਬਲ ਵਾਲੇ ਬਚਨਾਂ ਦੇ ਬਲੀ ਸੀ। ਬਚਨ ਕਰ ਦਿੱਤਾ, ਕਹਿੰਦੇ ਠੀਕ ਹੈ ਅਸੀਂ ਆਪਣੇ ਸਿਰ ਦੇ ਦਿੰਦੇ ਆ, ਪਰ ਰੱਖਣੇ ਉੱਥੇ ਜਿੱਥੇ ਪਾਣੀ ਨਾ ਹੋਵੇ। ਇਹ ਮਦ ਕੀੜ ਦੋਵਾਂ ਦੈਂਤਾਂ ਨੂੰ ਦੇਖ ਕਰਕੇ ਬ੍ਰਹਮਾ ਨੇ ਬਹੁਤ ਮਨ ਵਿੱਚ ਡਰ ਧਾਰਨ ਕੀਤਾ ਸੀ। ਫਿਰ ਭਗਵਾਨ ਨੇ ਪ੍ਰਤੱਖ ਸਾਧ ਸੰਗਤ ਜੀ ਸੁਦਰਸ਼ਨ ਚੱਕਰ ਦੇ ਨਾਲ ਇਹਨਾਂ ਦੇ ਸ਼ੇਸ਼ ਕੱਟ ਕੇ, ਜੋ ਕੁਰੂਕਸ਼ੇਤਰ ਦੀ ਧਰਤੀ ਹੈ ਨਾ, 48 ਕੋਹ ਤੱਕ, ਜਿੱਥੇ ਸਾਧ ਸੰਗਤ ਜੀ ਬਹੁਤ ਵੱਡਾ ਭਿਆਨਕ ਯੁੱਧ ਹੋਇਆ ਸੀ ਪਾਂਡਵਾਂ ਦਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਭਗਵਾਨ ਨੇ ਫਿਰ ਆਪਣਾ ਉੱਥੇ ਚੌਂਕੜਾ ਲਾ ਕਰਕੇ ਆਪਣੇ ਪੱਟਾਂ ਦੇ ਉੱਪਰ ਇਹਨਾਂ ਦੇ ਸ਼ੀਸ਼ ਰੱਖ ਲਏ ਸਨ। ਤੇ ਇਹ ਸਭ ਤੋਂ ਪਵਿੱਤਰ ਧਰਤੀ ਉਸ ਸਮੇਂ ਦੀ ਮੰਨੀ ਜਾਂਦੀ। ਇੱਥੇ ਯੱਗ ਵੀ ਬਹੁਤ ਜ਼ਿਆਦਾ ਕੀਤੇ ਗਏ ਸਨ ਔਰ ਲੰਬੇਰਾ ਸਮਾਂ ਇੱਥੇ ਯੁੱਧ ਵੀ ਹੁੰਦੇ ਰਹੇ ਹੈ। ਫਿਰ ਜਿੰਨੀ ਵੀ ਬਾਕੀ ਮੇਦਨੀ ਧਰਤੀ ਬਣੀ ਹੈ ਨਾ, ਉਹਨਾਂ ਦੇ ਇੰਨੇ ਵੱਡੇ ਸਰੀਰਾਂ ਦੇ ਆਕਾਰ ਸਨ, ਉਹਨਾਂ ਦੇ ਮਿੱਝ ਤੋਂ ਬਾਕੀ ਸਾਰੀ ਮੇਦਨੀ ਬਣੀ ਹੈ। ਮੇਦਨੀ ਨਾਮ ਧਰਤੀ ਦਾ ਹੈ ਤੇ ਮਿੱਝ ਤੋਂ ਬਣੀ ਹੋਈ ਨੂੰ ਮੇਦਨੀ ਕਿਹਾ ਜਾਂਦਾ ਹੈ। ਉਹਨਾਂ ਮਰ ਤੇ ਕੀਟ ਜਿਹੜੇ ਦੋ ਵੱਡੇ ਦੈਂਤ ਸਨ, ਉਹਨਾਂ ਦੇ ਬਾਕੀ ਸਰੀਰ ਤੋਂ ਫਿਰ ਜਿਹੜਾ ਮਿੱਝ ਖਿਲਰੀ ਉਹਨੂੰ ਨਾਮ ਮੇਦਨੀ ਕਹਿ ਦਿੱਤਾ ਗਿਆ ਕਿ ਧਰਤੀ ਮੇਦਨੀ ਹੈ। ਸਾਰੇ ਪਹਿਲਾਂ ਪਾਣੀ ਹੀ ਪਾਣੀ ਸੀਗਾ, ਫਿਰ ਪਰਮਾਤਮਾ ਨੇ ਐਸੀ ਕਲਾ ਵਰਤਾਈ ਹੈ। ਇਹ ਸਾਰੀ ਕਥਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅੰਦਰ ਲਿਖੀ ਹੋਈ ਹੈ। ਗਰੀਬ ਨਵਾਜ ਹਜ਼ੂਰ ਫਰਮਾਨ ਕਰਦੇ ਹੈ, ਹੇ ਪਰਮਾਤਮਾ, ਮਦ ਸੂਦਨ ਮੇਰੇ ਮਨ ਤਨ ਪ੍ਰਾਨਾ, ਸੂਦਨ ਨਾਮ ਕੱਟਣ ਦਾ ਹੈ। ਹੇ ਮਦ ਕੈਟਬ ਦੈਂਤਾਂ ਨੂੰ ਕੱਟਣ ਵਾਲੇ, ਤਿਨਾਂ ਦਾ ਸੰਘਾਰ ਕਰਨ ਵਾਲੇ ਪਰਮਾਤਮਾ, ਤੂੰ ਸਾਡੇ ਪ੍ਰਾਣਾਂ ਦਾ ਪਤੀ ਹੈ। ਫਿਰ ਮਦ ਤੇ ਸੂਦਨ ਮੋਹ ਅਤੇ ਹੰਕਾਰ ਰੂਪੀ ਦੋ ਦੈਂਤ ਹੈ, ਤਿਨਾਂ ਨੂੰ ਕੱਟ ਕੇ ਪਰਮਾਤਮਾ ਹਿਰਦੇ ਅੰਦਰ ਸ਼ਾਂਤੀ ਤੇ ਵਿਵੇਕ ਦੀ ਦਾਤ ਬਖਸ਼ਿਸ਼ ਕਰਨ ਵਾਲੇ ਪਰਮਾਤਮਾ, ਤੂੰ ਸਾਡਾ ਪ੍ਰਾਣਾਂ ਦਾ ਪਤੀ ਹੈ। ਹਉ ਹਰ ਬਿਨ ਦੂਜਾ ਅਵਰ ਨਾ ਜਾਣਾ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ, ਹੈ ਪਰਮਾਤਮਾ, ਆਪ ਦੇ ਸਰੂਪ ਤੋਂ ਬਿਨਾਂ ਸੋ ਕੋਈ ਦੂਜੇ ਨੂੰ ਨਹੀਂ ਜਾਣਿਆ। ਮਹਾਰਾਜ ਆਪ ਜੀ ਦਾ ਸਰੂਪ ਸਭ ਜੀਵਾਂ ਵਿੱਚ ਵਰਤ ਰਿਹਾ ਹੈ। ਕੋਈ ਸੱਜਣ ਸੰਤ ਮਿਲੈ ਵੱਡ ਭਾਗੀ, ਕੋਈ ਬੰਦਗੀ ਕਰਨ ਵਾਲਾ ਸੱਚਾ ਸੱਜਣ ਅਕਾਲ ਪੁਰਖ ਪਰਮੇਸ਼ਰ ਦਾ ਪਿਆਰਾ ਸਾਨੂੰ ਮਿਲ ਜਾਣਾ ਕਰੇ। ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ। ਸਾਨੂੰ ਪਿਆਰੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਦੱਸ ਦੇਵੇ, ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ, ਰੱਬ ਦੇ ਨਾਲ ਮਿਲਣ ਦੀ ਜੁਗਤੀ ਸਾਨੂੰ ਦੱਸ ਦੇਵੇ। ਕੋਈ ਐਸਾ ਪਰਮੇਸ਼ਰ ਦਾ ਪਿਆਰਾ ਸਾਨੂੰ ਮਿਲ ਜਾਵੇ। ਹਉ ਮਨ ਤਨ ਖੋਜੀ ਭਾਲ ਭਾਲਾਈ। ਹਜ਼ੂਰ ਕਹਿੰਦੇ ਹਨ, ਮਨ ਅਤੇ ਤਨ ਵਿੱਚ ਖੋਜ ਕਰਕੇ ਪਰਮੇਸ਼ਰ ਦੀ ਭਾਲ ਕਰਨਾ ਕੀਤੀ ਹੈ। ਅਥਵਾ ਹਉ ਮਨ ਤਨ ਖੋਜੀ ਭਾਲ ਭਾਲਾਈ। ਪਹਿਲਾਂ ਕਹਿੰਦੇ ਸਰੀਰ ਦੇ ਅੰਦਰ, ਤਨ ਦੇ ਵਿੱਚ ਮਨ ਨੂੰ ਖੋਜਿਆ, ਮਨ ਦੀ ਖੋਜ ਕਰਕੇ ਸਵੈ ਸਰੂਪ ਦੀ ਪਹਿਚਾਣ ਕੀਤੀ ਹੈ। ਗੁਰਮੁਖਾਂ ਦੀ ਸੰਗਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਭਾਲਿਆ ਹੈ। ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਹੇ ਮਹਾਤਮਾ ਰੂਪ ਮਾਈ ਮਾਤਾ, ਕਿਵੇਂ ਪਿਆਰਾ ਪਰਮੇਸ਼ਰ ਸਾਨੂੰ ਮਿਲ ਸਕਦਾ ਹੈ, ਕਿਵੇਂ ਉਹ ਪਰਮੇਸ਼ਰ ਦੀ ਸਾਨੂੰ ਪ੍ਰਾਪਤੀ ਹੋਵੇ। ਮਿਲ ਸਤ ਸੰਗਤ ਖੋਜ ਦਸਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤ ਸੰਗਤ ਦੇ ਵਿੱਚ ਮਿਲ ਕਰਕੇ ਪਰਮੇਸ਼ਰ ਦੀ ਖੋਜ ਕਰਨਾ ਕਰੋ, ਕਿਉਂਕਿ ਪਰਮਾਤਮਾ ਸਤ ਸੰਗਤ ਦੇ ਵਿੱਚ ਆਪਣਾ ਨਿਵਾਸ ਕਰਦਾ ਹੈ। ਐਸੀ ਪਰਮੇਸ਼ਰ ਦੀ ਸ਼ਕਤੀ ਹੈ ਜੋ ਸੰਗਤ ਰੂਪ ਹੋ ਕਰਕੇ ਵਰਤਦੀ ਹੈ। ਪਰਮਾਤਮਾ ਸੰਗਤ ਦੇ ਵਿੱਚ ਆਪਣਾ ਨਿਵਾਸ ਕਰਦਾ ਹੈ। ਔਰ ਇਸ ਲਈ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਖੋਜਿਆ ਤਿਨਾਂ ਨੂੰ ਸਤ ਸੰਗਤ ਦੀ ਵੀ ਦੱਸ ਪਈ ਹੈ ਕਿ ਗੁਰੂ ਕੀ ਸੰਗਤ ਕਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਮਿਲ ਸਤ ਸੰਗਤ ਖੋਜ ਦਸਾਈ। ਪ੍ਰਤੱਖ ਵੀ ਕਹਿੰਦੇ, ਜਦੋਂ ਸਾਨੂੰ ਗੁਰੂ ਕੀ ਸੰਗਤ ਮਿਲੀ ਸੀ ਨਾ, ਤਾਂ ਹੀ ਜੋ ਅਮੋਲਕ ਦਾਤ ਪਰਮੇਸ਼ਰ ਦੀ ਪ੍ਰਾਪਤੀ ਦੀ ਸਾਨੂੰ ਇਹ ਯੁਗਤੀ ਮਿਲਣਾ ਕੀਤੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕਿਉਂਕਿ ਪਿਆਰਾ ਪਰਮੇਸ਼ਰ ਸਤ ਸੰਗਤ ਦੇ ਵਿੱਚ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਸਤ ਸੰਗਤ ਹੈ ਉੱਥੇ ਪਰਮੇਸ਼ਰ ਦਾ ਨਿਵਾਸ ਹੈ। ਕਿਉਂਕਿ ਜਿੱਥੇ ਸਤ ਸੰਗਤ ਹੋਵੇ ਉੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ।
ਪਰਮੇਸ਼ਰ ਦਾ ਜਸ ਗਾਇਆ ਜਾਂਦਾ ਹੈ। ਜਿੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਹੋਵੇ ਉੱਥੇ ਪ੍ਰਮਾਤਮਾ ਆਪ ਆ ਕਰਕੇ ਸੰਗਤ ਵਿੱਚ ਨਿਵਾਸ ਕਰਦਾ ਹੈ। ਐਸੀ ਅਕਾਲ ਪੁਰਖ ਪ੍ਰਮਾਤਮਾ ਦੀ ਕਲਾ ਹੈ। ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਮਿਲ ਕੇ ਹੀ ਐਸੀ ਦਾਤ ਪ੍ਰਾਪਤ ਹੁੰਦੀ ਹੈ, ਸਮਝ ਆਉਂਦੀ ਹੈ, ਐਸੀ ਜੀਵ ਦੇ ਅੰਦਰ ਗਿਆਤ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ ਕਿ ਪ੍ਰਮਾਤਮਾ ਸਤ ਸੰਗਤ ਕੀਤੇ ਬਿਨਾਂ ਕਦੇ ਪਰਮੇਸ਼ਰ ਆਪ ਦੇ ਸਰੂਪ ਦੀ ਨਹੀਂ ਪ੍ਰਾਪਤੀ ਹੁੰਦੀ। ਭਾਵੇਂ ਇਕੱਲਾ ਮਨੁੱਖ ਕਿੰਨਾ ਵੀ ਸਮਾਂ ਭਜਨ ਕਰਦਾ ਰਹੇ, ਮਨ ਵਿੱਚ ਹੰਕਾਰ ਆ ਜਾਂਦਾ ਹੈ। ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਹੋਵੇ, ਹੁੰਦਾ ਭਾਵੇਂ ਹਰਿਆ ਭਰਿਆ ਹੈ, ਪਰ ਸਾਧ ਸੰਗਤ ਜੀ ਪੱਤਿਆਂ ਦੇ ਡਾਹਣੀਆਂ ਤੇ ਲੱਗੀ ਹੋਈ ਜਿਹੜੀ ਗਰਦ ਹੈ ਨਾ, ਉਹ ਵਰਖਾ ਤੋਂ ਬਿਨਾਂ ਨਹੀਂ ਕਦੇ ਦੂਰ ਹੁੰਦੀ। ਭਾਵੇਂ ਉਹਨੂੰ ਨਦੀ ਦੇ ਕਿਨਾਰਿਓਂ ਹੇਠਾਂ ਤੋਂ ਪਾਣੀ ਪ੍ਰਾਪਤ ਹੁੰਦਾ ਪਿਆ, ਸੁੱਕਿਆ ਨਹੀਂ ਹੈ, ਪਰ ਘੱਟਾ ਮਿੱਟੀ ਜਿਹੜੀ ਗਰਦ ਜੰਮੀ ਹੋਈ ਹੈ ਪੱਤਿਆਂ ਦੇ ਉੱਪਰ, ਉਹ ਵਰਖਾ ਦੇ ਪਾਣੀ ਦੇ ਨਾਲ ਹੀ ਦੂਰ ਹੁੰਦੀ ਹੈ। ਇਸੇ ਤਰ੍ਹਾਂ ਇਹ ਜੀਵ ਰੂਪੀ ਰੁੱਖ ਹੈ, ਭਾਵੇਂ ਇਕੱਲਾ ਬੈਠ ਕੇ ਭਜਨ ਵੀ ਕਰਦਾ ਹੈ, ਆਨੰਦ ਤਾਂ ਹੈ, ਪਰ ਹਉਮੈ ਦੀ ਫਿਰ ਸਾਧ ਸੰਗਤ ਜੀ ਮਾਨ ਰੂਪੀ ਜਿਹੜੀ ਗਰਦ ਮਨ ਤੇ ਜੰਮੀ ਹੈ ਨਾ, ਉਹ ਕਦੇ ਲਹਿੰਦੀ ਨਹੀਂ ਜਦੋਂ ਤੱਕ ਗੁਰੂ ਕੀ ਸਤ ਸੰਗਤ ਰੂਪੀ ਵਰਖਾ ਨਹੀਂ ਹੁੰਦੀ, ਸਤਿਗੁਰੂ ਜੀ ਦੀ ਸੰਗਤ ਵਿੱਚ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਰੂਪੀ ਵਰਖਾ ਨੇ ਜਦੋਂ ਧਾਰਨ ਕਰਦਾ, ਉਦੋਂ ਤੱਕ ਕਦੇ ਇਹ ਗਰਦ ਲਹਿੰਦੀ ਨਹੀਂ ਹੈ। ਇਸ ਲਈ ਮਹਾਰਾਜ ਨੇ ਸਤ ਸੰਗਤ ਨੂੰ ਵਡਿਆਈ ਬਖਸ਼ੀ ਹੈ। ਹਜ਼ੂਰ ਕਹਿੰਦੇ ਹਨ ਸਤ ਸੰਗਤ ਦੇ ਵਿੱਚ ਸਦਾ ਹੀ ਪਰਮੇਸ਼ਰ ਦਾ ਨਿਵਾਸ ਰਹਿੰਦਾ ਹੈ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਮੇਰੇ ਪਿਆਰੇ ਪ੍ਰੀਤਮ ਸਰੂਪ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਹਨ, ਉਹ ਸਾਡੇ ਸਦਾ ਹੀ ਰਖਵਾਲੇ ਹੈ। ਲੋਕ ਪਰਲੋਕ ਵਿੱਚ ਸਾਡੀ ਰੱਖਿਆ ਕਰਨ ਵਾਲੇ ਹਨ। ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ, हे ਮਹਾਰਾਜ ਅਸੀਂ ਦੀਨ ਗਰੀਬ ਹਾਂ, ਨਿਮਰਤਾਵਾਨ ਹਾਂ, ਬਾਰਿਕ ਬਾਲਕ ਬੱਚੇ ਹਾਂ। ਆਪ ਮਹਾਰਾਜ ਸਾਡੀ ਕਿਰਪਾ ਕਰਕੇ ਪ੍ਰਤਪਾਲਣਾ ਕਰੋ, ਆਪ ਸਾਡੀ ਰੱਖਿਆ ਕਰੋ। ਮਹਾਰਾਜ ਆਪ ਸਾਡੀ ਪਰਵਰਿਸ਼ ਕਰਨਾ ਕਰੋ, ਕਿਉਂਕਿ ਜਿਹੜਾ ਬੱਚਾ ਹੁੰਦਾ ਹੈ ਨਾ, ਮਾਤਾ ਪਿਤਾ ਨੂੰ ਉਹਦਾ ਫਿਕਰ ਹੁੰਦਾ ਹੈ, ਮਾਂ ਪਿਓ ਦੀ ਪਰਵਰਿਸ਼ ਕਰਦੇ ਹੈ ਔਰ ਫਿਕਰ ਦੇ ਨਾਲ ਉਹਦੀ ਸਾਂਭ ਸੰਭਾਲਣਾ ਕਰਦੇ ਹੈ। ਤੇ ਜਿਹੜਾ ਮਨੁੱਖ ਵੱਡਾ ਹੋ ਕੇ ਵੀ ਨਿਮਰਤਾਵਾਨ ਹੋ ਕੇ ਬੇਨਤੀਆਂ ਕਰਦਾ ਹੈ, ਇਆਣਾ ਬਣ ਕੇ ਹਰ ਸਮੇਂ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦਾ, ਮਹਾਰਾਜ ਆਪ ਕਿਰਪਾ ਕਰਕੇ ਸਾਡੀ ਪਰਵਰਿਸ਼ ਕਰੋ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਅਸੀਂ ਬੱਚੇ ਹਾਂ, ਇਆਣੇ ਹਾਂ, ਬਾਲਕੇ ਹਾਂ, ਆਪ ਸੋਝੀ ਬਖਸ਼ੋ, ਤਾਂ ਹੀ ਮਹਾਰਾਜ ਜੋ ਸੁਚੱਜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰ ਸਕਦੇ ਹਾਂ। ਕਿਉਂਕਿ ਬੱਚਾ ਬੇਸਮਝ ਹੁੰਦਾ ਹੈ, ਤੇ ਜੇਕਰ ਆਪਣੇ ਆਪ ਨੂੰ ਸਿਆਣਾ ਜਾਣਨ ਲੱਗ ਪਏ, ਨਹੀਂ ਮੈਂ ਬੜੀਆਂ ਸਿਆਣਪਾਂ ਵਾਲਾ, ਮੈਂ ਹੁਣ ਸਿਆਣਾ ਹੋ ਗਿਆ, ਫਿਰ ਸਾਧ ਸੰਗਤ ਜੀ ਉਹ ਮਾਤਾ ਪਿਤਾ ਦੀ ਖੁਸ਼ੀ ਔਰ ਮਾਤਾ ਪਿਤਾ ਦੀ ਸਿੱਖਿਆ ਵੀ ਨਹੀਂ ਧਾਰਨ ਕਰ ਸਕਦਾ। ਇਸ ਲਈ ਜੋ ਇਆਣਾ ਬਣ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, हे ਮਹਾਰਾਜ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਮਹਾਰਾਜ ਜੀਵਨ ਸਾਡਾ ਤਾਂ ਹੀ ਸੁਖਾਲਾ ਹੈ ਜੇ ਆਪ ਜੀ ਦੀ ਕਿਰਪਾ ਹੋਵੇ, ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ੋ, ਤਾਂ ਨਹੀਂ ਤਾਂ ਜ਼ਿੰਦਗੀ ਦੁੱਖਾਂ ਦੇ ਨਾਲ ਭਰ ਜਾਂਦੀ ਹੈ। ਜੇ ਮਹਾਰਾਜ ਅਸੀਂ ਆਪ ਸਿਆਣੇ ਬਣਨ ਦਾ ਯਤਨ ਕਰਦੇ ਹਾਂ ਤਾਂ ਐਸੇ ਗੁਰਮੁਖ ਪਿਆਰੇ ਹਜੂਰ ਫਰਮਾਨ ਕਰਦੇ ਹੈ, ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ। हे ਮਹਾਰਾਜ ਆਪ ਕਿਰਪਾ ਕਰਕੇ ਸਾਡੀ ਪ੍ਰਤਪਾਲਣਾ ਕਰੋ। ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਡੇ ਮਾਤਾ ਪਿਤਾ ਹਨ, ਸਾਡੇ ਮਾਤਾ ਪਿਤਾ ਸਰੂਪ ਮਹਾਰਾਜ ਹਨ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਹੈ ਮਹਾਰਾਜ ਕੌਣ ਆਪ ਜੀ ਦੀ ਉਪਮਾ ਨੂੰ ਜਾਣ ਸਕਦਾ ਹੈ। ਮਹਾਰਾਜ ਸ਼੍ਰੋਮਣੀ ਮਾਤਾ ਪਿਤਾ ਆਪ ਹੋ। ਗੁਰ ਜਲ ਮਿਲ ਕਮਲ ਵਿਗਸੈ ਜੀਓ, हे ਸਤਿਗੁਰੂ ਜੀ ਆਪ ਜੀ ਬ੍ਰਹਮ ਸਰੂਪ ਜਲ ਦੀ ਤਰ੍ਹਾਂ ਹੋ। ਜਿਵੇਂ ਸਾਧ ਸੰਗਤ ਜੀ ਜਲ ਕਮਲ ਦਾ ਫੁੱਲ ਜਲ ਦੇ ਵਿੱਚ ਰਹਿੰਦਾ ਹੈ ਤੇ ਹਰਿਆ ਭਰਿਆ ਪੰਖੜੀਆਂ ਖਿਲੀਆਂ ਹੁੰਦੀਆਂ ਬੜਾ ਸੋਹਣਾ ਲੱਗਦਾ ਹੈ,
ਤਿਵੇਂ ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਰੂਪ ਕਮਲ ਪੂਰੇ ਸਤਿਗੁਰੂ ਜੀ ਰੂਪ ਜਲ ਦੇ ਵਿੱਚ ਮਿਲ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੋ ਗੁਰਮੁਖ ਪਿਆਰਾ ਜੁੜ ਜਾਣਾ ਕੀਤਾ, ਉਹਦਾ ਹਿਰਦਾ ਰੂਪੀ ਕਮਲ ਸਾਧ ਸੰਗਤ ਜੀ ਖਿੜ ਗਿਆ, ਆਨੰਦ ਸਹਿਤ ਹੋ ਗਿਆ ਹੈ। ਸ਼ੁਭ ਗੁਣਾ ਰੂਪ ਪੰਖੜੀਆਂ ਜੋ ਮੁੰਦਰਾ, ਮੈਤਰੀ, ਉਪੇਖਿਆ, ਸ਼ਾਂਤੀ ਆਦਿਕ ਪੰਖੜੀਆਂ ਹਨ, ਇਹਨਾਂ ਪੰਖੜੀਆਂ ਸਹਿਤ ਹੋ ਕਰਕੇ ਗੁਰਮੁਖਾਂ ਦਾ ਹਿਰਦਾ ਰੂਪ ਕਮਲ ਖਿੜਿਆ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। हे ਮਹਾਰਾਜ, ਆਪ ਦੇ ਦੀਦਾਰ ਕੀਤੇ ਬਿਨਾ ਸਾਨੂੰ ਸ਼ਾਂਤੀ ਰੂਪ ਨੀਂਦ ਨਹੀਂ ਕਦੇ ਵੀ ਆਉਂਦੀ। हे ਮਹਾਰਾਜ, ਆਪ ਜੀ ਦੇ ਦਰਸ਼ਨ ਕੀਤੇ ਤੋਂ ਬਿਨਾ ਪ੍ਰਤੱਖ ਵੀ ਮਹਾਰਾਜ ਸਾਡੇ ਅੰਦਰ ਬੇਵਲਤਾ ਬਣੀ ਰਹਿੰਦੀ ਹੈ। हे ਮਹਾਰਾਜ, ਸਾਨੂੰ ਸ਼ਾਂਤੀ ਰੂਪ ਨੀਂਦ ਨਹੀਂ ਆਵਣਾ ਕਰਦੀ। ਫਿਰ ਨਿਮਰਤਾ ਰੂਪ ਨੀਂਦ ਵੀ ਮਹਾਰਾਜ ਆਪ ਦੇ ਦੀਦਾਰ ਕੀਤੇ ਤੋਂ ਬਿਨਾ ਨਹੀਂ ਕਦੇ ਵੀ ਆਉਂਦੀ। ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ। ਸਾਡੇ ਮਨ ਤੇ ਤਨ ਦੇ ਅੰਦਰ ਮਹਾਰਾਜ ਬਿਰਹੋ ਵੈਰਾਗ ਲੱਗਾ ਹੋਇਆ ਹੈ। ਮੇਰੇ ਮਨ ਤਨ ਬਿਰਹੋ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਦੀਦਾਰ ਤੋਂ ਬਿਨਾ ਮਨ ਕਰਕੇ ਤਨ ਕਰਕੇ ਬਾਰ-ਬਾਰ ਅਸੀਂ ਦੁਖੀ ਹੋ ਰਹੇ ਹਾਂ। ਮਨ ਵੀ ਮਹਾਰਾਜ ਸ਼ਾਂਤ ਨਹੀਂ ਹੁੰਦਾ ਤੇ ਮਨ ਕਰਕੇ ਤਨ ਨੂੰ ਵੀ ਭਟਕਣਾ ਪੈਂਦਾ ਹੈ। ਮਨ ਕਰਕੇ ਤਨ ਵੀ ਟਿਕਦਾ ਨਹੀਂ ਹੈ, ਮਨ ਦਾ ਟਿਕਾਉ ਨਹੀਂ ਬਣਦਾ, ਤਨ ਵੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ। ਹਜੂਰ ਕਹਿੰਦੇ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਿਰਹੋ ਹਿਰਦੇ ਅੰਦਰ ਮਹਾਰਾਜ ਆਪ ਜੀ ਦਾ ਪ੍ਰੇਮ ਲਾ ਦਿੱਤਾ ਹੈ। ਮਨ ਔਰ ਤਨ ਕਰਕੇ ਆਪ ਜੀ ਦੇ ਪਿਆਰ ਦੇ ਵਿੱਚ ਭੇਜ ਕੇ ਆਪ ਨੂੰ ਅਸੀਂ ਯਾਦ ਕਰਦੇ ਹਾਂ। ਹਰ ਹਰ ਦਇਆ ਕਰੋ ਗੁਰ ਮਿਲਹੁ। हे ਪਿਆਰੇ ਪਰਮੇਸ਼ਰ ਜੀ, ਆਪ ਕਿਰਪਾ ਕਰੋ ਮਹਾਰਾਜ, ਪੂਰੇ ਸਤਿਗੁਰੂ ਜੀ ਦੇ ਨਾਲ ਸਾਨੂੰ ਮਿਲਣਾ ਕਰੋ। ਜਨ ਨਾਨਕ ਗੁਰ ਮਿਲ ਰਹੱਸੈ ਜੀਓ। ਜਿਸ ਕਰਕੇ ਪੂਰੇ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ, ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਣੇ ਕਰਕੇ ਰਹੱਸੈ ਆਨੰਦ ਦੇ ਸਹਿਤ ਹੋ ਕਰਕੇ ਰਹਾਂਗੇ। ਕਿਉਂਕਿ ਜੀਵਨ ਦੇ ਵਿੱਚ ਜੋ ਪਰਮ ਆਨੰਦ ਦੀ ਦਾਤ ਹੈ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਨਹੀਂ ਪ੍ਰਾਪਤ ਹੋ ਸਕਦੀ। ਭਾਵੇਂ ਹਰ ਕੋਈ ਮਨੁੱਖ ਕਹੀ ਜਾਂਦਾ ਹੈ, ਕੋਈ ਸਵਾਦਿਸ਼ਟ ਪਦਾਰਥ ਛਕ ਕੇ ਕਹਿੰਦਾ ਜੀ ਬੜਾ ਆਨੰਦ ਆਇਆ, ਕੋਈ ਕਿਸੇ ਥਾਂ ਰਮਣੀਕ ਜਗ੍ਹਾ ਨੂੰ ਦੇਖ ਕੇ ਕਹਿੰਦਾ ਬੜਾ ਆਨੰਦ ਆਇਆ, ਕੋਈ ਵਿਸ਼ਿਆਂ ਨੂੰ ਭੋਗ ਕੇ ਆਖੀ ਜਾਂਦਾ ਆਨੰਦ ਆਇਆ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰੀਏ, ਮਹਾਰਾਜ ਪਰਮ ਆਨੰਦ ਕਦੋਂ ਪ੍ਰਾਪਤ ਹੁੰਦਾ? ਹਜੂਰ ਕਹਿੰਦੇ ਹਨ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਪੂਰੇ ਸਤਿਗੁਰੂ ਜੀ ਦੁਆਰਾ ਹੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰਹੁ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਜਿਨ੍ਹਾਂ ਦੇ ਹਿਰਦਿਓਂ ਮੋਹ ਦਾ, ਅਗਿਆਨ ਦਾ ਇਹ ਬੰਧਨ ਟੁੱਟ ਗਏ ਹੈ, ਜਿਨ੍ਹਾਂ ਨੇ ਲੋਭ ਮੋਹ ਆਦਿਕ ਤਿਆਗ ਦਿੱਤਾ ਹੈ, ਪੂਰੇ ਸਤਿਗੁਰੂ ਜੀ ਨੇ ਤਿਨਾਂ ਦੇ ਹਿਰਦੇ ਅੰਦਰ ਪਰਮ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜੋ ਗੁਰਮੁਖ ਪਿਆਰੇ ਪੂਰੇ ਸਤਿਗੁਰੂ ਜੀ ਨਾਲ ਮਿਲੇ ਹਨ, ਤਿਨਾਂ ਨੇ ਹਿਰਦੇ ਕਰਕੇ ਆਨੰਦ ਸਹਿਤ ਹੋ ਜਾਣਾ ਕੀਤਾ। ਮਾਝ ਮਹੱਲਾ ਚੌਥਾ। ਹਰ ਗੁਣ ਪੜੀਐ ਹਰ ਗੁਣ ਗੁਣੀਐ। ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸਾਨੂੰ ਕਿਹੜੇ ਗੁਣ ਗਾਉਣੇ ਚਾਹੀਦੇ ਹੈ? ਮਹਾਰਾਜ ਕਹਿੰਦੇ ਹਨ ਕਿ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਹਰ ਸਮੇਂ ਪੜ੍ਹਨਾ ਚਾਹੀਦਾ। ਜੇ ਪੜ੍ਹਨਾ ਹੈ, ਵਿਦਿਆ ਵੀ ਪੜ੍ਹਨੀ ਹੈ ਤੇ ਪ੍ਰਮਾਤਮਾ ਦੇ ਜਿਹਦੇ ਵਿੱਚ ਗੁਣ ਗਾਏ ਜਾਣ। ਕਿਉਂਕਿ ਦੁਨਿਆਵੀ ਵਿਦਿਆ ਜੇ ਬਹੁਤ ਸਾਰੀ ਪੜ੍ਹ ਲਵੇ, ਵੇਦਾਂ ਸ਼ਾਸਤਰਾਂ ਦੀ ਵਿਦਿਆ ਵੀ ਪੜ੍ਹ ਲਵੇ, ਪਰ ਜੇ ਮਨ ਹੀ ਸ਼ਾਂਤ ਨਾ ਹੋਵੇ ਤੇ ਫਿਰ ਪੜ੍ਹਨੇ ਦਾ ਕੀ ਫਾਇਦਾ ਹੈ? ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੀ ਇਕਾਗਰਤਾ ਬਣ ਜਾਂਦੀ ਹੈ, ਹਿਰਦਾ ਅਡੋਲ ਹੋ ਜਾਂਦਾ ਹੈ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਕਹਿੰਦੇ ਹਨ ਕਿ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਕੀ ਲਾਭ ਹੈ? ਜੇਕਰ ਹਿਰਦੇ ਨੂੰ ਆਨੰਦ ਨਾ ਪ੍ਰਾਪਤ ਹੋਇਆ, ਹਿਰਦਾ ਭਟਕਦਾ ਹੀ ਰਿਹਾ, ਮਨ ਬਾਰ-ਬਾਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਿਹਾ। ਜੇਕਰ ਹਿਰਦੇ ਨੂੰ ਸ਼ਾਂਤੀ ਨਾ ਆਈ ਤਾਂ ਕੀ ਲਾਭ ਹੈ?
ਇਸ ਲਈ ਮਹਾਰਾਜ ਹਜੂਰ ਕਹਿੰਦੇ ਹਨ, ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ। ਪਰਮੇਸ਼ਰ ਦੇ ਗੁਣਾਂ ਨੂੰ ਪੜ੍ਹਨਾ ਕਰੋ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰਨਾ ਕਰੋ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਨਾ ਕਰੋ। ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਜੀਵ ਦੇ ਅੰਦਰ ਵਰਤਣ ਵਾਲੇ ਸਭ ਜੀਵਾਂ ਦੇ ਪਾਪ ਕਰਮਾਂ ਦੇ ਹਾਰਕ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਨਾ ਔਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਨਾ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਫਿਰ ਕਥਾ ਨਿਤ ਸੁਣੀਐ, ਨਿਤਾ ਪ੍ਰਤੀ ਪਰਮੇਸ਼ਰ ਦੀ ਕਥਾ ਨੂੰ ਅਚਰਜ ਕੌਤਕਾਂ ਨੂੰ ਸੁਣਨਾ ਕਰੋ। ਮਿਲ ਸਤ ਸੰਗਤ ਹਰ ਗੁਣ ਗਾਏ। ਇਹ ਗੁਰਸਿੱਖੋ, ਜਿਨ੍ਹਾਂ ਨੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਏ ਹਨ, ਜਗ ਭਾਉ ਜਲ ਦੁੱਤਰ ਤਰੀਐ ਜੀਓ। ਦੁੱਤਰ ਭੈਦਾਇਕ ਸੰਸਾਰ ਸਮੁੰਦਰ ਤੋਂ ਜਗਤ ਤੋਂ ਉਹ ਗੁਰਮੁਖ ਪਿਆਰੇ ਤਰ ਗਏ ਹੈ, ਜਿਨ੍ਹਾਂ ਨੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਏ ਹੈ, ਗੁਣਾਂ ਨੂੰ ਪੜ੍ਹਿਆ ਹੈ, ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕੀਤਾ, ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਿਆ ਹੈ, ਪਰਮਾਤਮਾ ਦੀ ਕਥਾ ਕਹਾਣੀਆਂ ਨੂੰ ਸਰਵਣ ਕੀਤਾ ਹੈ। ਮਹਾਰਾਜ ਕਹਿੰਦੇ ਉਹ ਗੁਰਮੁਖ ਪਿਆਰੇ ਭੈਦਾਇਕ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਆਓ ਸਖੀ ਹਰ ਮੇਲ ਕਰੇ ਹਾ। ਆਓ ਮਹਾਤਮਾ ਰੂਪ ਸਖੀ, ਆਓ ਆ ਕਰਕੇ ਸਾਡੇ ਨਾਲ ਮੇਲ ਕਰਨਾ ਕਰੋ। ਆਓ ਸਖੀ ਹਰ ਮੇਲ ਕਰੇ ਹਾ। ਆਪ ਪਰਮੇਸ਼ਰ ਦੇ ਨਾਲ ਮਿਲੀਆਂ ਹੋਈਆਂ ਮਹਾਤਮਾ ਰੂਪ ਸਖੀਆਂ, ਸਾਨੂੰ ਜਗਿਆਸੂ ਰੂਪ ਸਖੀਆਂ ਨੂੰ ਪਰਮੇਸ਼ਰ ਦੇ ਨਾਲ ਮੇਲਣਾ ਕਰੋ। ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ। ਮੇਰੇ ਪਿਆਰੇ ਪ੍ਰੀਤਮ ਪਰਮੇਸ਼ਰ ਦਾ ਸਾਨੂੰ ਸੰਦੇਸ਼ਾ ਦੇਣਾ ਕਰੋ। ਅਕਾਲ ਪੁਰਖ ਪਰਮਾਤਮਾ ਦਾ ਸਾਨੂੰ ਸੁਨੇਹਾ ਦੇਣਾ ਕਰੋ। ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ। ਕਿਉਂਕਿ ਸਾਡਾ ਜੋ ਸਖਾ ਮਿੱਤਰ ਹੈ ਅਕਾਲ ਪੁਰਖ ਪਰਮਾਤਮਾ ਪਿਆਰਾ ਪ੍ਰੀਤਮ ਪਰਮੇਸ਼ਰ ਹੈ, ਸਾਡਾ ਸਖਾ ਹੈ, ਸਾਡਾ ਮਿੱਤਰ ਹੈ। ਪਰਮੇਸ਼ਰ ਨੂੰ ਸਭ ਕੁਝ ਅਸਾਂ ਨੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਮੈਂ ਦੱਸੇ ਹਰ ਨਰ ਹਰੀਐ ਜੀਓ। ਜੋ ਨਰ ਹਰ ਦਾ ਨਰ ਸਿੰਘ ਦਾ ਰੂਪ ਧਾਰਨ ਕਰਨ ਵਾਲਾ ਪਰਮਾਤਮਾ ਹੈ, ਜੋ ਸਭ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਕਹਿੰਦੇ ਕੋਈ ਗੁਰਮੁਖ ਪਿਆਰਾ ਬੰਦਗੀ ਕਰਨ ਵਾਲਾ ਸਤਿਪੁਰਸ਼ ਪਰਮੇਸ਼ਰ ਦੀ ਸਾਨੂੰ ਦੱਸ ਪਾ ਦੇਵੇ, ਪਰਮਾਤਮਾ ਦੇ ਨਾਲ ਸਾਨੂੰ ਮੇਲ ਦੇਣਾ ਕਰੇ, ਐਸੀ ਕੋਈ ਯੁਗਤੀ ਐਸਾ ਢੰਗ ਦੱਸ ਦੇਵੇ ਜਿਸ ਦੁਆਰਾ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਮੇਰੀ ਬੇਦਨ ਹਰ ਗੁਰ ਪੂਰਾ ਜਾਣੈ। ਜੋ ਪਰਮਾਤਮਾ ਦੇ ਨਾਲ ਮਿਲਣੇ ਦੀ, ਪਰਮੇਸ਼ਰ ਤੋਂ ਵਿਛੜੇ ਹੋਇਆਂ ਦੇ ਅੰਦਰ ਦੀ ਹਿਰਦੇ ਦੀ ਵੇਦਨ ਪੀੜਾ ਹੈ, ਪੂਰੇ ਸਤਿਗੁਰੂ ਜੀ ਜਾਣਦੇ ਹਨ। ਅਕਾਲ ਪੁਰਖ ਵਾਹਿਗੁਰੂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਆਪ ਜਾਣਦੇ ਹੈ ਕਿ ਕਿਵੇਂ ਬੇਬਲ ਹੋ ਕੇ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਹਉ ਰਹਿ ਨਾ ਸਕਾ ਬਿਨ ਨਾਮ ਵਖਾਣੇ। ਮਹਾਰਾਜ ਕਹਿੰਦੇ ਸੀ ਰਹਿ ਨਹੀਂ ਸਕਦੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ, ਕਿਉਂਕਿ ਪਰਮਾਤਮਾ ਦੀ ਯਾਦ ਹੈ ਤਾਂ ਹੀ ਜੀਵਤ ਭਾਵ ਦੇ ਵਿੱਚ ਰਹਿੰਦੇ ਹਾਂ। ਮੈਂ ਔਖਦ ਮੰਤਰ ਦੀਜੈ ਗੁਰ ਪੂਰੇ। ਇਹ ਪੂਰੇ ਸਤਿਗੁਰੂ ਜੀ ਆਪ ਕਿਰਪਾ ਕਰੋ, ਸਾਨੂੰ ਨਾਮ ਦੀ ਔਸ਼ਧੀ ਬਖਸ਼ਿਸ਼ ਕਰੋ, ਨਾਮ ਦਾ ਸ਼੍ਰੋਮਣੀ ਮੰਤਰ ਕਿਰਪਾ ਕਰਕੇ ਸਾਨੂੰ ਬਖਸ਼ੋ, ਜਿਸ ਕਰਕੇ ਮਹਾਰਾਜ ਪਰਮਾਤਮਾ ਦੇ ਵਿਛੋੜੇ ਦੀ ਜੋ ਪੀੜਾ ਸਾਡੀ ਦੂਰ ਹੋ ਜਾਵੇ। ਜਿਵੇਂ ਕੋਈ ਜ਼ਖਮ ਹੋ ਜਾਵੇ ਜੀਵ ਦੇ ਸਰੀਰ ਤੇ ਸਾਧ ਸੰਗਤ ਜੀ ਪੀੜ ਹੁੰਦੀ ਹੈ, ਉਹਦੇ ਤੇ ਫਿਰ ਮਲਮ ਲਾਈ ਜਾਂਦੀ ਹੈ, ਔਸ਼ਧੀ ਦਵਾ ਦਾਰੂ ਦੇ ਨਾਲ ਉਹ ਫਿਰ ਦਰਦ ਦੂਰ ਹੋ ਜਾਂਦੀ ਹੈ। ਤੇ ਪਰਮਾਤਮਾ ਦੇ ਵਿਛੋੜੇ ਦੀ ਜੋ ਦਰਦ ਹੈ ਉਹ ਨਾਮ ਰੂਪ ਔਸ਼ਧੀ ਤੋਂ ਬਿਨਾਂ ਕਦੇ ਦੂਰ ਨਹੀਂ ਹੋ ਸਕਦੀ। ਪੂਰੇ ਸਤਿਗੁਰੂ ਰੂਪ ਵੈਦ ਤੋਂ ਬਿਨਾਂ ਕਦੇ ਦਾਤ ਮਿਲ ਨਹੀਂ ਸਕਦੀ। ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਿਆ ਜਮ ਕੀ ਫੰਦਾ। ਮਹਾਰਾਜ ਸੱਚੇ ਪਾਤਸ਼ਾਹ ਪੂਰੇ ਸਤਿਗੁਰੂ ਜੀ ਵੈਦ ਹਨ, ਵੈਦਾਂ ਦੇ ਵੈਦ ਮਹਾਰਾਜ ਹਨ, ਜਿਨ੍ਹਾਂ ਨੇ ਅਸਾਧ ਪੰਜਾਂ ਵਿਕਾਰਾਂ ਰੂਪੀ ਰੋਗਾਂ ਨੂੰ ਸਾਧ ਦੇਣਾ ਕੀਤਾ। ਇਸ ਲਈ ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਸਾਡੇ ਹਿਰਦੇ ਦੀ ਪੀੜਾ ਜਾਣਦੇ ਹੈ। ਅਕਾਲ ਪੁਰਖ ਪਰਮਾਤਮਾ ਤੋਂ ਵਿਛੋੜੇ ਕਰਕੇ ਜੋ ਸਾਡੇ ਹਿਰਦੇ ਦਾ ਦਰਦ ਹੈ, ਮਹਾਰਾਜ ਆਪ ਕਿਰਪਾ ਕਰਕੇ ਨਾਮ ਨੂੰ ਔਸ਼ਧੀ ਸਾਨੂੰ ਦੇਣਾ ਕਰੋ।
ਮੈਂ ਹਰ ਹਰ ਨਾਮ ਉਧਰੀਐ ਜੀਓ। हे ਪ੍ਰਮਾਤਮਾ, ਆਪ ਜੀ ਦਾ ਨਾਮ ਸ਼੍ਰੋਮਣੀ ਦਾਤ ਹੈ, ਜਿਸ ਨਾਮ ਦੇ ਕਰਕੇ ਮਹਾਰਾਜ ਭਵਸਾਗਰ ਤੋਂ ਉਧਰ ਜਾਵਾਂਗੇ, ਜਗਤ ਦੇ ਬੰਧਨਾਂ ਤੋਂ ਮਹਾਰਾਜ ਆਜ਼ਾਦ ਹੋ ਜਾਵਾਂਗੇ। ਐਸੀ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ। ਅਸੀਂ ਚਾਤਰਿਕ ਪਵੀਹੇ ਦੀ ਤਰ੍ਹਾਂ ਹਾਂ, ਦੀਨ ਮਹਾਰਾਜ ਗਰੀਬੜੇ ਹਾਂ। ਸਾਡਾ ਜਗਤ ਦੇ ਅੰਦਰ ਕੋਈ ਨਹੀਂ ਆਪ ਤੋਂ ਬਿਨਾਂ। ਮਹਾਰਾਜ ਆਪ ਜੀ ਦੀ ਸ਼ਰਨ ਅਸੀਂ ਧਾਰਨ ਕੀਤੀ ਹੈ। ਹਰ ਹਰ ਨਾਮ ਬੂੰਦ ਮੁਖ ਪਾਈ। ਆਪ ਕਿਰਪਾ ਕਰਕੇ ਮਹਾਰਾਜ ਨਾਮ ਰੂ ਬੂੰਦ ਸਵਾਂਤੀ ਬੂੰਦ ਸਾਡੇ ਮੁਖ ਦੇ ਵਿੱਚ ਪਾ ਦੇਵੋ। ਅਥਵਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਪ੍ਰਤੱਖ ਆਪਣੀ ਜੀਵਨ ਗਾਥਾ ਹੀ ਕਥਨ ਕਰ ਰਹੇ ਹੈ। ਕਹਿੰਦੇ ਹਨ ਕਿ ਜਗਤ ਅੰਦਰ ਸਾਡਾ ਕੋਈ ਵੀ ਨਹੀਂ ਸੀ, ਔਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪਿਆਸੇ ਬਪੀਹੇ ਦੀ ਤਰ੍ਹਾਂ ਜਾਣ ਕੇ ਸਾਡੇ ਹਿਰਦੇ ਰੂਪ ਕੰਠ ਦੇ ਵਿੱਚ ਮਹਾਰਾਜ ਜੀ ਨੇ ਨਾਮ ਰੂਪ ਸਵਾਂਤੀ ਬੂੰਦ ਪਾ ਦਿੱਤੀ। ਸਾਡੀ ਪਿਆਸ ਬੁੱਝ ਜਾਣਾ ਕੀਤੀ ਹੈ। ਸਭ ਸੰਸਾਰ ਦੇ ਪਦਾਰਥਾਂ ਦੀਆਂ ਆਸਾਂ, ਸਭ ਮਨ ਦੀਆਂ ਭੁੱਖਾਂ ਮਿਟ ਗਈਆਂ ਹਨ। ਗਰੀਬ ਨਵਾਜ ਸਤਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਕਰ ਦੇਣ, ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣ। ਹਜੂਰ ਕਹਿੰਦੇ ਉਹ ਗੁਰਮੁਖ ਪਿਆਰੇ ਦੀਆਂ ਸਭ ਆਸਾਂ, ਸਭ ਭੁੱਖਾਂ ਮਿਟ ਜਾਂਦੀਆਂ ਹਨ। ਹਰ ਜਲ ਨਿਧ ਹਮ ਜਲ ਕੇ ਮੀਨੇ। ਹਰੀ ਪਰਮਾਤਮਾ ਜਲ ਦੀ ਤਰ੍ਹਾਂ ਹੈ, ਤੇ ਜਿਵੇਂ ਮੱਛੀ ਦਾ ਆਧਾਰ ਹੀ ਸਾਧ ਸੰਗਤ ਜੀ ਪਾਣੀ ਹੈ, ਮਛਲੀ ਦਾ ਜੀਵਨ ਹੀ ਪਾਣੀ ਹੈ। ਜੇ ਪਾਣੀ ਹੋਵੇ ਤੇ ਤਾਂ ਹੀ ਜੀਵਨ ਹੈ, ਜਿਉਂਦੀ ਹੈ। ਪਾਣੀ ਨਾ ਹੋਵੇ ਤੇ ਤੜਪ ਤੜਪ ਕੇ ਮਰ ਜਾਂਦੀ ਹੈ। ਤਿਵੇਂ ਮਹਾਰਾਜ ਵਿਰਾਗ ਵਿੱਚ ਆ ਕੇ ਉਚਾਰਨ ਕਰਦੇ ਹੈ, ਪ੍ਰਮਾਤਮਾ ਇਹ ਬ੍ਰਹਮ ਸਰੂਪ ਪਰਮੇਸ਼ਰ ਜੀ ਆਪ ਦੀ ਜਲ ਦੀ ਤਰ੍ਹਾਂ ਹੋ। ਹਮ ਜਲ ਕੇ ਮੀਨੇ। ਮਹਾਰਾਜ ਆਪ ਦੇ ਬ੍ਰਹਮ ਸਰੂਪ ਦੇ ਵਿੱਚ ਰਹਿਣ ਵਾਲੇ ਅਸੀਂ ਮੱਛੀ ਦੀ ਤਰ੍ਹਾਂ ਹਾਂ। ਜਨ ਨਾਨਕ ਜਲ ਬਿਨ ਮਰੀਐ ਜੀਓ। हे ਮਹਾਰਾਜ ਆਪ ਦੇ ਸਰੂਪ ਰੂਪੇ ਜਲ ਤੋਂ ਬਿਨਾਂ ਸਾਡੀ ਆਤਮਿਕ ਮੌਤ ਹੁੰਦੀ ਹੈ। ਮੱਛੀ ਨੂੰ ਬਾਹਰ ਕੱਢ ਦਈਏ ਤੇ ਮੱਛੀ ਦਾ ਮਰਨਾ ਹੁੰਦਾ ਹੈ, ਤੜਪ ਤੜਪ ਕੇ ਮਰਦੀ ਹੈ। ਤਿਵੇਂ ਮਹਾਰਾਜ ਆਪ ਦੇ ਵਿਛੋੜੇ ਕਰਕੇ ਤੜਪ ਤੜਪ ਕਰਕੇ ਸਾਡੀ ਮੌਤ ਹੁੰਦੀ ਹੈ। ਮਾਝ ਮਹੱਲਾ ਚੌਥਾ। ਹਰ ਜਨ ਸੰਤ ਮਿਲੋ ਮੇਰੇ ਭਾਈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਹੇ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਪਰਮੇਸ਼ਰ ਦੇ ਪਿਆਰੇ ਜਨੋ ਮਿਲਣਾ ਕਰੋ। ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ। ਪਰਮੇਸ਼ਰ ਦੇ ਦਰਸ਼ਨਾਂ ਦੀ ਭੁੱਖ ਸਾਡੇ ਮਨ ਦੇ ਅੰਦਰ ਲੱਗੀ ਹੋਈ ਹੈ। ਸਤ ਸੰਗਤ, ਜਿਸ ਮਨੁੱਖ ਨੂੰ ਪ੍ਰਤੱਖ ਵੀ ਭੁੱਖ ਲੱਗੀ ਹੋਵੇ ਨਾ, ਉਹ ਫਿਰ ਕਿਸੇ ਦੀ ਕਾਨ ਕਨੌਟ ਨਹੀਂ ਦੇਖਦਾ। ਪ੍ਰਸ਼ਾਦਾ ਪਰੋਸ ਕਰਕੇ ਰੱਖਿਆ ਹੋਵੇ ਉਸੇ ਸਮੇਂ ਛਕਣ ਲੱਗ ਪੈਂਦਾ ਹੈ। ਤੇ ਜਿਸ ਮਨੁੱਖ ਨੂੰ ਭੁੱਖ ਨਾ ਲੱਗੀ ਹੋਵੇ ਤੇ ਬਾਰ-ਬਾਰ ਟਾਲ ਮਟੋਲ ਕਰਦਾ ਰਹਿੰਦਾ, ਉਹ ਫਿਰ ਬਾਰ-ਬਾਰ ਕੋਈ ਨਾ ਕੋਈ ਸਾਧ ਸੰਗਤ ਜੀ ਦੋਸ਼ ਹੀ ਲੱਭਦਾ ਰਹਿੰਦਾ ਹੈ ਕਿ ਪ੍ਰਸ਼ਾਦਾ ਚੰਗਾ ਨਹੀਂ ਬਣਿਆ। ਕਦੀ ਬਾਰ-ਬਾਰ ਯਤਨ ਕਰਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ, ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਯਾਦ ਕਰਦਾ ਰਹਿੰਦਾ ਪਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ। ਇਸ ਲਈ ਮਹਾਰਾਜ ਹਜੂਰ ਨੇ ਫਰਮਾਨ ਕੀਤਾ, ਮੇਰਾ ਹਰ ਪ੍ਰਭ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮੇਸ਼ਰ ਦਾ ਦਰਸ਼ਨਾ ਕਰੋ। ਮੈਂ ਭੁੱਖ ਲਗਾਈ। ਪਰਮੇਸ਼ਰ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਅੰਦਰ ਭੁੱਖ ਹੈ। ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ। ਜਗਤ ਨੂੰ ਜੀਵਨ ਦਾਨ ਦੇਣ ਵਾਲੇ ਸ਼੍ਰੋਮਣੀ ਦਾਤੇ ਪਰਮਾਤਮਾ, ਆਪ ਕਿਰਪਾ ਕਰਕੇ ਮਹਾਰਾਜ ਸਾਡੀ ਸ਼ਰਧਾ ਨੂੰ, ਹਿਰਦੇ ਦੀ ਭਾਵਨਾ ਨੂੰ ਆਪ ਕਿਰਪਾ ਕਰਕੇ ਪੂਰਨ ਕਰੋ। ਮਿਲ ਹਰ ਦਰਸ਼ਨ ਮਨ ਭੀਜੈ ਜੀਓ। हे ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ੋ, ਕਿਉਂਕਿ ਮਨ ਦੇ ਵਿੱਚ ਪਿਆਰ ਦੇ ਵਿੱਚ ਭਿੱਜ ਕੇ ਆਪ ਨੂੰ ਹਰ ਸਮੇਂ ਯਾਦ ਕਰਦੇ ਹਾਂ। ਆਪ ਮਹਾਰਾਜ ਜਲ ਦੀ ਤਰ੍ਹਾਂ ਆਪ ਜੀ ਦਾ ਸਰੂਪ ਹੈ। ਸਾਡਾ ਮਨ ਆਪ ਜੀ ਦੇ ਮਹਾਰਾਜ ਪ੍ਰੇਮ ਰੂਪੀ ਜਲ ਦੇ ਵਿੱਚ ਭਿੱਜਾ ਰਹੇ। ਐਸੀ ਕਿਰਪਾ ਕਰਕੇ ਦਾਤ ਬਖਸ਼ੋ। ਮਿਲ ਸਤ ਸੰਗ ਬੋਲੀ ਹਰ ਬਾਣੀ। ਜਿਨ੍ਹਾਂ ਗੁਰਮੁਖਾਂ ਨੇ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਨਾਮ ਬਾਣੀ ਨੂੰ ਬੋਲਿਆ ਹੈ,
ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ। ਹਰ ਹਰ ਕਥਾ ਮੇਰੇ ਮਨ ਭਾਣੀ। ਉਹ ਗੁਰਮੁਖ ਪਿਆਰੇ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਜੀ ਦੀ ਸ਼੍ਰੋਮਣੀ ਕਥਾ ਸਾਡੇ ਮਨ ਨੂੰ ਭਾ ਗਈ ਹੈ। ਅਥਵਾ ਜੋ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਮਨ ਵਿੱਚ ਆਸਾ ਹੈ, ਪਰਮੇਸ਼ਰ ਦੇ ਗੁਣਾਂ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦੇ ਹੈ, ਮਨ ਵਿੱਚ ਭਾਵਨਾ ਬਣਾ ਕੇ ਸਭ ਤੇ ਉੱਤਮ ਹਰ ਕੀ ਕਥਾ, ਹੇ ਮਹਾਰਾਜ ਸਭ ਤੋਂ ਉੱਤਮ ਦਾਤ ਹੈ ਆਪ ਜੀ ਦੀ ਸ਼੍ਰੋਮਣੀ ਕਥਾ ਨੂੰ ਸਰਵਣ ਕਰਨਾ, ਆਪ ਜੀ ਦੇ ਜਸ ਨੂੰ ਸ਼ਰਧਾ ਵਿਸ਼ਵਾਸ ਕੰਨਾਂ ਦੇ ਨਾਲ ਸਰਵਣ ਕਰਨਾ ਸਭ ਤੋਂ ਅਮੋਲਕ ਦਾਤ ਹੈ। ਹਰ ਹਰ ਅੰਮ੍ਰਿਤ ਹਰ ਮਨ ਭਾਵੈ। ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਦੀ ਤਰ੍ਹਾਂ ਹੈ, ਗੁਰਮੁਖਾਂ ਦੇ ਹਿਰਦੇ ਮਨ ਦੇ ਵਿੱਚ ਪਾਇਆ ਹੈ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ, ਉਹ ਭਾਵਨਾ ਨਾਲ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਦੇ ਆ। ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਹੇ ਗੁਰ ਸਿੱਖੋ, ਪੂਰੇ ਸਤਿਗੁਰੂ ਜੀ ਨਾਲ ਮਿਲ ਕੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ, ਕਿਉਂਕਿ ਸੰਸਾਰ ਦੇ ਜਿਤਨੇ ਵੀ ਪਦਾਰਥ ਹਨ ਭਾਵੇਂ ਮਿਠਾਸ ਭਰੇ ਹੈ, ਸਵਾਦਿਸ਼ਟ ਹੈ, ਪਰ ਉਹ ਪੀਣੇ ਕਰਕੇ ਫਿਰ ਭੁੱਖ ਲੱਗ ਜਾਂਦੀ, ਫਿਰ ਪਿਆਸ ਲੱਗ ਜਾਂਦੀ ਹੈ। ਇੱਕ ਵਾਰ ਜੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਪੀ ਲਈਏ, ਫਿਰ ਕਦੇ ਸੰਸਾਰ ਦੇ ਦੁਨਿਆਵੀ ਪਦਾਰਥਾਂ ਦੀ ਭੁੱਖ, ਕਦੇ ਪੀਣੇ ਦੀ ਪਿਆਸਾ ਵੀ ਨਹੀਂ ਲੱਗਦੀ। ਇਹ ਪੂਰੇ ਸਤਿਗੁਰੂ ਜੀ ਨਾਲ ਮਿਲ ਕਰਕੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਵੱਡ ਭਾਗੀ ਹਰ ਸੰਗਤ ਪਾਵਹਿ। ਵੱਡਿਆਂ ਭਾਗਾਂ ਵਾਲੇ ਜੀਵ ਪਰਮੇਸ਼ਰ ਦੀ ਸੰਗਤ ਪਾਵੰਦੇ ਹਨ। ਭਾਗਹੀਨ ਭ੍ਰਮ ਚੋਟਾ ਖਾਵਹਿ। ਪਰ ਜਿਹੜੇ ਭਾਗਾਂ ਤੋਂ ਹੀਣੇ ਹਨ, ਉਹ ਭਰਮ ਕੇ ਸਤਿਗੁਰੂ ਜੀ ਦੀ ਸੰਗਤ ਤੋਂ ਬੇਮੁਖ ਹੋ ਕੇ ਉਹ ਜਾਮਾਂ ਦੀਆਂ ਚੋਟਾਂ ਖਾਂਦੇ ਹੈ, ਦਰ ਦਰ ਤੇ ਭਟਕਦੇ ਹਨ। ਕੁਸੰਗਤ ਵਿੱਚ ਪੈ ਕੇ ਉਹਨਾਂ ਨੂੰ ਭਟਕਣਾ ਪੈਂਦਾ ਹੈ। ਕਦੇ ਮਨ ਦੇ ਅੰਦਰ ਦੀ ਇਕਾਗਰਤਾ ਨਹੀਂ ਬਣਦੀ, ਉਹ ਬਾਰ-ਬਾਰ ਸੰਸਾਰ ਦੀ ਭਟਕਣਾ ਵਿੱਚ ਹੀ ਪਏ ਰਹਿੰਦੇ ਹੈ। ਐਸੀ ਸ਼੍ਰੋਮਣੀ ਦਾਤ ਹੈ। ਮਹਾਰਾਜ ਕਹਿੰਦੇ ਬਹੁਤ ਵੱਡੇ ਭਾਗ ਹੋਣ ਤਾਂ ਇਹ ਦਾਤ ਮਿਲਦੀ ਹੈ ਗੁਰੂ ਕੀ ਸੰਗਤ ਕਰਨੇ ਦੀ। ਜਿਵੇਂ ਸਤਿਪੁਰਸ਼ਾਂ ਦੇ ਬਚਨ ਹਨ, ਬਹੁਤ ਵੱਡਾ ਇੱਕ ਬੋਹੜ ਦਾ ਰੁੱਖ ਹੋਵੇ, ਸਤ ਸੰਗਤ ਨੂੰ ਕਿੰਨੀਆਂ ਕਿੰਨੀਆਂ ਗੋਲਾਂ ਲੱਗੀਆਂ ਹੁੰਦੀਆਂ ਨੇ, ਫਿਰ ਇੱਕ ਇੱਕ ਗੋਲ ਦੇ ਵਿੱਚ ਕਿੰਨੇ ਬੇਅੰਤ ਬੀਜ ਹੁੰਦੇ ਹੈ। ਉਹ ਗੋਲਾਂ ਦੇ ਵੀ ਜਿਤਨੇ ਬੀਜ ਹੋਣ, ਇੰਨੇ ਚੰਗੇ ਪੂਰਬਲੇ ਜਨਮਾਂ ਵਿੱਚ ਕਰਮ ਕੀਤੇ ਹੋਣ ਤਾਂ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਬੇਅੰਤ ਚੰਗੇ ਕਰਮ ਕੀਤੇ ਹੋਣ ਤਾਂ ਐਸੀ ਮਹਾਨ ਗੁਰੂ ਕੀ ਸੰਗਤ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੋਈ ਹੈ, ਪਰ ਭਾਗਹੀਨ ਭ੍ਰਮ ਚੋਟਾਂ ਖਾਵਹਿ। ਜਿਨ੍ਹਾਂ ਨੇ ਗੁਰੂ ਕੀ ਸੰਗਤ ਨੇ ਕੀਤੀ, ਉਹ ਜਾਣੋ ਕਿ ਭਾਗਾਂ ਤੋਂ ਹੀਣੇ ਹੈ, ਉਹ ਬਾਰ-ਬਾਰ ਜਾਮਾਂ ਦੀਆਂ ਚੋਟਾਂ ਖਾਂਦੇ ਹੈ, ਪਰ ਤੱਕ ਵੀ ਸੰਸਾਰ ਦੇ ਅੰਦਰ ਭਟਕਣਾ ਵਿੱਚ ਹੀ ਪਏ ਰਹਿੰਦੇ ਹਨ। ਬਿਨ ਭਾਗਾ ਸਤ ਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਗੁਰੂ ਕੀ ਸੰਗਤ ਦੀ ਪ੍ਰਾਪਤੀ ਨਹੀਂ ਪ੍ਰਾਪਤ ਹੁੰਦੀ। ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਬਿਨਾਂ ਸਤ ਸੰਗਤ ਕੀਤਿਆਂ ਮਨ ਪਾਪ ਕਰਮਾਂ ਦੀ, ਹੰਕਾਰ ਦੀ, ਬੁਰੇ ਕਰਮਾਂ ਦੀ ਮੈਲ ਦੇ ਨਾਲ ਹੀ ਭਰਿਆ ਰਹਿੰਦਾ ਹੈ। ਹੰਕਾਰ ਦੀ ਗਰਦ ਦੇ ਨਾਲ ਹੀ ਲੱਦਿਆ ਰਹਿੰਦਾ, ਹਰ ਸਮੇਂ ਬਾਰ-ਬਾਰ ਹੰਕਾਰ ਕਰਦਾ, ਕਿਉਂਕਿ ਸਤ ਸੰਗਤ ਵਿੱਚ ਆ ਕੇ ਨਿਮਰਤਾ ਦੀ ਦਾਤ ਮਿਲਦੀ ਹੈ। ਗੁਰੂ ਕੀ ਸੰਗਤ ਵਿੱਚ ਆ ਕੇ ਮਨ ਵਿੱਚ ਨਰਮਤਾ ਆਉਂਦੀ ਹੈ। ਪਰ ਜੇ ਗੁਰੂ ਕੀ ਸੰਗਤ ਹੀ ਨਹੀਂ ਕਰਦਾ, ਮਹਾਰਾਜ ਕਹਿੰਦੇ ਬਿਨ ਸੰਗਤ ਮੈਲ ਭਰੀਜੈ ਜੀਉ। ਇਹ ਜੀਵ ਪਾਪ ਕਰਮਾਂ ਦੀ, ਹਉਮੈ ਦੀ ਮੈਲ ਦੇ ਨਾਲ ਹੀ ਹਰ ਸਮੇਂ ਭਰਿਆ ਰਹਿੰਦਾ ਹੈ। ਮੈਂ ਆਏ ਮਿਲੋ ਜਗ ਜੀਵਨ ਦਾਤੇ। ਜਗਤ ਨੂੰ ਜੀਵਨ ਦਾਨ ਦੇਣ ਵਾਲੇ ਪਰਮਾਤਮਾ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਪ੍ਰਤੱਖ ਪ੍ਰਗਟ ਹੋ ਕੇ ਆ ਕੇ ਮਿਲਣਾ ਕਰੋ। ਹਰ ਹਰ ਨਾਮ ਦਇਆ ਮਨ ਧਾਰੇ। ਇਹ ਪਰਮੇਸ਼ਰ ਆਪ ਦੇ ਸ਼੍ਰੋਮਣੀ ਨਾਮ ਨੂੰ ਆਪਾਂ ਨੇ ਮਹਾਰਾਜ ਹਿਰਦੇ ਅੰਦਰ ਧਾਰਨ ਕੀਤਾ। ਹੇ ਅਕਾਲ ਪੁਰਖ ਜੀ, ਆਪ ਦਇਆ ਦ੍ਰਿਸ਼ਟੀ ਧਾਰਨ ਕਰੋ, ਸਾਡੇ ਹਿਰਦੇ ਅੰਦਰ ਮਹਾਰਾਜ ਆਪ ਜੀ ਦਾ ਨਾਮ ਵਸ ਜਾਵੇ। ਗੁਰਮਤਿ ਨਾਮ ਮਿੱਠਾ ਮਨ ਪਾਇਆ। ਜਿਨ੍ਹਾਂ ਗੁਰਮੁਖਾਂ ਨੇ ਗੁਰਮਤਿ ਨੂੰ ਧਾਰਨ ਕੀਤਾ, ਉਹਨਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਾ ਹੈ, ਪਰਮੇਸ਼ਰ ਦਾ ਨਾਮ ਪਿਆਰਾ ਲੱਗਾ ਹੈ। ਵਾਹਿਗੁਰੂ ਦਾ ਨਾਮ ਹੀ ਉਹਨਾਂ ਗੁਰਮੁਖਾਂ ਦੇ ਮਨ ਨੂੰ ਭਾਵੰਦਾ ਹੈ।
ਜਨ ਨਾਨਕ ਨਾਮ ਮਨ ਭੀਜੈ ਜੀਓ। ਹਜੂਰ ਕਹਿੰਦੇ ਉਹਨਾਂ ਗੁਰਮੁਖਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਹਰ ਸਮੇਂ ਭਿੱਜਾ ਰਹਿੰਦਾ ਹੈ। ਕਦੇ ਪਰਮਾਤਮਾ ਦੀ ਯਾਦ ਹਿਰਦਿਓਂ ਵਿਸਾਰਦੇ ਨਹੀਂ ਹੈ। ਮਨ ਬਾਣੀ ਸਰੀਰ ਕਰਕੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰਦੇ ਹਨ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਅਮੋਲਕ ਦਾਤ ਹੈ। ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ, ਹਿਰਦੇ ਅੰਦਰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ। ਗੁਰਮਤਿ ਨਾਮ ਮੀਠਾ ਮਨ ਭਾਇਆ, ਜਨ ਨਾਨਕ ਨਾਮ ਮਨ ਭੀਜੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।